ਅਸੀਂ ਨਲਕੇ ਗੇੜਦੇ ਸੀ, ਮੱਝਾਂ ਨੂੰ ਪਾਣੀ ਪਿਆਉਂਦੇ ਸੀ, ਆਪ ਪਾਣੀ ਪੀਂਦੇ ਸੀ। ਵੈਸੇ ਕੈਲੀਫੋਰਨੀਆ, ਸੈਂਟਰਲ ਕੈਲੀਫੋਰਨੀਆ ਵਿੱਚ ਫਰੈਗਨੋ ਤੋਂ ਸੰਗਤ ਆਈ ਆ। ਠੀਕ ਹੈ। ਤੇ ਤੁਹਾਡਾ ਬੋਲੇ ਸਾਰੇ ਸੋ ਵੀ ਸ਼ੁਡ ਹੈਵ ਸਮ ਡੇਜ਼ ਐਜ਼ ਵੈਲ। ਸੋ ਉਹਨਾਂ ਨੇ ਲਿਆ ਕੇ ਹਿਰਨ ਛੱਡਿਆ ਇੱਥੇ, ਉਹ ਵੀ ਤੁਹਾਨੂੰ ਅੱਗੇ ਜਾ ਕੇ ਵਿਖਾਣਾ। ਬਟ ਇਹ ਦੇਖੇਗੀ, ਉਹ ਦੇਖ ਕੇ ਤੁਹਾਡੀ ਸ਼ੌਪ ਤੇ ਆਏਗੀ, ਤੁਹਾਡੀ ਪ੍ਰਮੋਸ਼ਨ ਜਿਹੜੀ ਹੈ ਉਹ ਦੇਖਣਗੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਅਸੀਂ ਜੋ ਗੈਲ ਟੂਰ ਵੱਲੋਂ ਸਿੱਖ ਚੈਨਲ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਸੀ, ਅੱਜ ਉਹਦੇ ਅਸੀਂ ਤੀਜੇ ਦਿਨ ਦੇ ਪੜਾਅ 'ਤੇ ਅੱਜ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੰਗਤ ਨੂੰ ਲੈ ਕੇ ਜਾਵਾਂਗੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਨਾਲ ਉਪਦੇਸ਼ ਦਿੱਤਾ, ਵੰਡ ਕੇ ਛਕਣਾ, ਨਾਮ ਜਪਣਾ ਅਤੇ ਕਿਰਤ ਕਰਨੀ। ਇਹ ਉਹਨਾਂ ਨੇ ਉਪਦੇਸ਼ ਦਿੱਤਾ। ਅੱਜ ਅਸੀਂ ਉੱਥੇ ਜਾਵਾਂਗੇ, ਉਸ ਗੁਰੂ ਘਰ ਦੇ ਦਰਸ਼ਨ ਕਰਾਂਗੇ। ਅਤੇ ਅਸੀਂ 2 ਦਿਨ ਪਹਿਲਾਂ ਗੁਰੂ ਘਰਾਂ ਦੇ ਦਰਸ਼ਨ ਕੀਤੇ ਤੇ ਸਾਡੇ ਨਾਲ ਕਾਫੀ ਸੰਗਤ ਜੁੜੀ ਹੋਈ ਹੈ, ਬਾਹਰੋਂ ਫੋਨ ਵੀ ਆ ਰਹੇ ਹੈ। ਬਾਕੀ ਅਸੀਂ ਆਉਣ ਵਾਲੇ ਟਾਈਮ 'ਤੇ ਵੀ ਇਹ ਸਾਡੇ ਸਾਲ ਦੇ 4 ਟੂਰ ਹੋਇਆ ਕਰਨਗੇ। ਇਹ ਸਾਡਾ ਪਹਿਲੀ ਯਾਤਰਾ ਹੈ ਜੋ ਫਰਵਰੀ ਵਿੱਚ ਹੈ, ਦੂਜੀ ਯਾਤਰਾ ਸਾਡੀ ਵਿਸਾਖੀ 'ਤੇ ਹੋਏਗੀ, ਤੀਸਰੀ ਸਾਡੀ ਸਤੰਬਰ ਵਿੱਚ ਹੋਏਗੀ, ਚੌਥੀ ਸਾਡੀ ਨਵੰਬਰ ਵਿੱਚ ਹੋਏਗੀ। ਅਤੇ ਅਸੀਂ ਸਾਰੇ ਹੀ ਸਿੱਖ ਲੇਵਾ ਜਿੱਥੇ ਬੈਠੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਜੁੜੋ, ਤੁਸੀਂ ਵੀ ਇੱਥੇ ਆਓ, ਗੁਰੂ ਘਰਾਂ ਦੇ ਦਰਸ਼ਨ ਕਰੋ, ਔਰ ਗੁਰੂ ਘਰਾਂ ਵਿੱਚ ਜੋ ਸੇਵਾਵਾਂ ਚੱਲ ਰਹੀਆਂ ਆਪਾਂ ਉਹਨੂੰ ਪੂਰੀਆਂ ਕਰੀਏ। ਵੱਧ ਤੋਂ ਵੱਧ ਤੁਸੀਂ ਮਾਇਆ ਮਨ ਧਨ ਦੇ ਨਾਲ ਸੇਵਾ ਕਰੋ ਜੀ। ਹੁਣ ਮੈਂ ਆਪਣੀ ਛੋਟੀ ਭੈਣ ਤੋਂ ਪੁੱਛਦਾ ਹਾਂ, ਇਹ ਵੀ ਪਹਿਲੀ ਵਾਰ ਆਏ ਜਾਂ ਬਾਅਦ 2 ਵਾਰ ਜਦੋਂ ਵੀ ਆਏ ਆ? ਅਤੇ ਭੈਣ ਜੀ ਤੁਸੀਂ ਆਪਣਾ ਦੱਸੋ ਪਹਿਲਾਂ, ਨਾਂ ਤਾਂ ਰੱਖੀਏ ਜੀ। ਮੇਰਾ ਨਾਮ ਭਾਜੀ ਕੁਲਵਿੰਦਰ ਕੌਰ ਹੈ। ਅਤੇ ਤੁਸੀਂ ਦੱਸੋ ਤੁਸੀਂ ਕਿੰਨੀ ਵਾਰੀ ਇੱਥੇ ਆਏ ਆ ਜੀ? ਭਾਜੀ ਮੈਂ ਪਹਿਲੀ ਵਾਰੀ ਆਈ ਹਾਂ। ਮੈਂ ਅੱਗੇ ਜਿੱਦਾਂ ਸੋਚਦੀ ਸੀਗੀ 2-3 ਸਾਲਾਂ ਤੋਂ, ਤੇ ਸਬੱਬ ਨਹੀਂ ਬਣਿਆ, ਹੁਣ ਸਬੱਬ ਬਣਿਆ, ਹੁਣ ਅਸੀਂ ਆਏ ਹਾਂ। ਸਾਨੂੰ ਬਹੁਤ ਵਧੀਆ ਲੱਗਿਆ। ਸਾਡੇ ਜਿੱਦਾਂ ਰਿਸ਼ਤੇਦਾਰ ਕਾਫੀ ਆਏ ਸੀ, ਉਹਨਾਂ ਨੇ ਦੱਸਿਆ ਸੀ ਵੀ ਬਹੁਤ ਵਧੀਆ। ਮੈਂ ਟੈਲੀ ਵਿੱਚ ਵੀ ਦੇਖਦੀ ਸੀਗੀ ਵੀ ਮੇਰਾ ਜਿੱਦਾਂ ਮੈਂ ਬਹੁਤ ਇੱਥੇ ਸੋਚਦੀ ਸੀਗੀ ਆਉਣ ਲਈ, ਵੀ ਮੈਨੂੰ ਨਾਈਸ ਬਹੁਤ ਲੱਗਦਾ ਸੀਗਾ ਵੀ ਜਾਵਾਂ, ਵੀ ਹੁਣ ਬਾਬੇ ਨੇ ਹੁਣ ਲਿਆਂਦਾ ਤਾਂ ਅਸੀਂ ਆਏ ਹਾਂ। ਵਾਹਿਗੁਰੂ ਜੀ ਕੀ ਫਤਿਹ। ਹੁਕਮ ਜੀ। ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਲੱਗਾ ਜਿਹੜੀ ਆਪਾਂ 2 ਦਿਨ ਦੀ ਯਾਤਰਾ ਕੀਤੀ ਹੈ ਜੀ, ਤੇ ਅੱਜ ਤੁਹਾਨੂੰ ਕੀ ਫੀਲ ਹੋ ਰਿਹਾ? ਆਪਾਂ ਉਸ ਜਗ੍ਹਾ ਤੇ ਜਾ ਰਹੇ ਜਿੱਥੇ ਮਹਾਰਾਜ ਸਾਡੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ। ਪਹਿਲਾਂ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਹੋ ਗਿਆ ਚਾਹੁੰਦਾ ਕਿ ਯੂ ਓਕੇ, ਜਿਸ ਤਰ੍ਹਾਂ ਅਸੀਂ ਸੋਚਦੇ ਸੀ ਉਸ ਤੋਂ ਵੀ ਕਾਫੀ ਵਧੀਆ ਪ੍ਰਬੰਧ ਹੈਗਾ ਆ। ਹਾਂਜੀ, ਬੜੇ ਸਲੀਕੇ ਨਾਲ, ਬੜੇ ਤਰੀਕੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਪਰਿਵਾਰ ਵਿੱਚੋਂ ਇੱਥੇ ਪਰਿਵਾਰ ਵਿੱਚ ਹੀ ਆ ਗਏ ਹਾਂ। ਹਾਂਜੀ, ਹਰ ਇੱਕ ਚੀਜ਼ ਬੜੇ ਤਰੀਕੇ ਨਾਲ ਸਲੀਕੇ ਨਾਲ ਕੀਤੀ ਜਾ। ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਅਸੀਂ ਆਨੰਦ ਲਿਆ ਆ, ਆਨੰਦ ਪ੍ਰਾਪਤ ਹੋਇਆ। ਗੁਰਦੁਆਰੇ ਸਾਹਿਬ ਦੇ ਦਰਸ਼ਨ, ਖੁੱਲ੍ਹੇ ਦਰਸ਼ਨ ਦੀਦਾਰ ਹੋਏ ਨੇ। ਅਤੇ ਸਪੈਸ਼ਲੀ ਮੈਂ ਕਹਿਣਾ ਚਾਹੂੰਗਾ ਜਿਹੜੇ ਮਿਸਟਰ ਗਿੱਲ ਨੇ, ਗਿੱਲ ਟੂਰਸ ਵਾਲੇ ਅਤੇ ਸਿੱਖ ਚੈਨਲ ਵਾਲੇ, ਇਹਨਾਂ ਦੇ ਬਹੁਤ ਹੀ ਵੱਡਾ ਉੱਦਮ ਹੈਗਾ, ਉਪਰਾਲਾ ਹੈਗਾ। ਅਤੇ ਮੈਂ ਚਾਹੂੰਗਾ ਕਿ ਹੋਰ ਵੀ ਸੰਗਤਾਂ ਇਹਨਾਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਦਰਸ਼ਨਾਂ ਲਈ ਆਉਣ। ਬਾਕੀ ਅਸੀਂ ਸਾਲ ਦੇ 4 ਟੂਰ ਮਲ ਕਰਾਂਗੇ ਜੀ। ਇਹ ਸਾਡਾ ਪਹਿਲਾ ਟੂਰ ਹੈ, ਦੂਸਰਾ ਟੂਰ ਹੈ ਵਿਸਾਖੀ ਤੇ ਅਪ੍ਰੈਲ 'ਚ, ਤੀਜਾ ਸਾਡਾ ਹੋਏਗਾ ਸਤੰਬਰ ਵਿੱਚ, ਚੌਥਾ ਹੋਏਗਾ ਨਵੰਬਰ ਵਿੱਚ। ਇਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਕਿ ਇਹਨਾਂ ਦਾ ਉਪਰਾਲਾ, ਜੋ ਸਾਡਾ ਉਪਰਾਲਾ ਹੈ, ਅਸੀਂ ਇਹ ਕਰ ਰਹੇ ਹਾਂ ਕਿ ਸੰਗਤਾਂ ਨੂੰ ਜੋੜੇ। ਤੁਸੀਂ ਵੀ ਸੰਗਤਾਂ ਨੂੰ ਜਾ ਕੇ ਕੀ ਉਪਦੇਸ਼ ਦਿਓਗੇ, ਕੀ ਕਹੋਗੇ ਜੀ ਆਪਣੇ ਰਿਸ਼ਤੇਦਾਰਾਂ? ਮੈਂ ਜਿਹੜੀ ਸਾਡੀ ਆਪਣਾ ਖੁਦ ਦਾ ਜਿਹੜਾ ਤਜਰਬਾ ਹੋਇਆ, ਐਕਸਪੀਰੀਅੰਸ ਹੋਇਆ, ਉਹਦੇ ਹਿਸਾਬ ਨਾਲ ਤਾਂ ਸਭ ਨੂੰ ਇਹੀ ਕਹਾਂਗੇ, ਜੇ ਤੁਸੀਂ ਯਾਤਰਾ ਦਾ ਆਨੰਦ ਲੈਣਾ ਚਾਹੁੰਦੇ ਹੋ, ਆਪਣੇ ਪਰਿਵਾਰ 'ਚੋਂ, ਆਪਣੇ ਪਰਿਵਾਰ ਵਿੱਚ ਹੀ ਆ ਕੇ ਆਨੰਦ ਲੈਣਾ ਚਾਹੁੰਦੇ ਹੋ, ਤਾਂ ਸਾਡੇ ਖਿਆਲ ਨਾਲ, ਸਾਡੇ ਹਿਸਾਬ ਨਾਲ ਗਿੱਲ ਟੂਰਸ ਅਤੇ ਸਿੱਖ ਚੈਨਲ ਸਾਰਿਆਂ ਤੋਂ ਵਧੀਆ ਨੇ। ਇਹਨਾਂ ਦਾ ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਉੱਦਮ। ਇਹ ਤੁਹਾਨੂੰ ਜਿਵੇਂ ਪੰਜਾਬੀ ਦਾ ਸ਼ਬਦ ਹੁੰਦਾ ਨਾ, ਆਪਣੇ ਹੱਥਾਂ ਉੱਤੇ ਚੁੱਕ ਕੇ ਲੈ ਕੇ ਜਾਂਦੇ ਨੇ। ਹਾਂਜੀ, ਅਤੇ ਸਾਰੀ ਜਗ੍ਹਾ 'ਤੇ ਦਰਸ਼ਨ ਕਰਾਉਂਦੇ ਨੇ। ਹਾਂਜੀ, ਬਹੁਤ ਵਧੀਆ ਇਹਨਾਂ ਦੇ ਵਿਚਾਰ ਸੀ ਜੀ। ਤਾਂ ਇਹ ਵੀ ਜਾ ਕੇ ਸੰਦੇਸ਼ ਸਾਹਿਬ ਜੋ ਆਪਣੇ ਸੰਗਤ ਨੂੰ ਦੇਣਗੇ, ਅਤੇ ਆਉਣ ਵਾਲੀਆਂ ਸੰਗਤਾਂ ਆਪਾਂ ਵੱਧ ਤੋਂ ਵੱਧ ਚੜ੍ਹ ਕੇ ਇੱਥੇ ਆਈਏ, ਆਪਾਂ ਮਨ ਧਨ ਦੇ ਨਾਲ ਸੇਵਾ ਕਰੀਏ। ਕਿਉਂਕਿ ਅਸੀਂ ਮਤਲਬ ਜੋ ਅਰਦਾਸਾਂ ਕਰਦੇ ਸੀ ਕਿ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਇਸ ਗੁਰੂ ਘਰਾਂ ਦੇ ਜੋ ਸਭ ਤੋਂ ਵਿਛੋੜੇ ਗਏ ਹਨ, ਅਤੇ ਅੱਜ ਉਹ ਅਰਦਾਸਾਂ ਸਾਡੀਆਂ ਪੂਰੀਆਂ ਹੋਈਆਂ। ਅੱਜ ਅਸੀਂ ਖੁੱਲ੍ਹੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਤਾਂ ਇਹਦੇ ਬਾਰੇ ਵੀ ਤੁਸੀਂ ਦੱਸੋ ਜੀ। ਇਹ ਸਾਨੂੰ ਅੱਜ ਤੁਹਾਨੂੰ ਲੱਗਦਾ ਕਿ ਉਹ ਅੱਜ ਸਮਾਂ ਗਿਆ? ਭਾਜੀ ਹੁਣ ਜਿਵੇਂ ਬਹੁਤ ਪਹਿਲਾਂ, ਬਹੁਤ ਸਾਲਾਂ ਤੋਂ ਅਰਦਾਸਾਂ ਸਾਰੇ ਆਪਾਂ ਕਰਦੇ ਸੀ, ਇਹ ਬਹੁਤ ਵੱਡਾ ਉਦਮ ਹੈਗਾ ਜੀ। ਸਾਰੇ ਜਿਹੜੇ ਆਪਣੇ
6 ਚੈਨਲ ਵਾਲੇ ਉਹਨਾਂ ਦਾ ਤੇ ਗਿੱਲ ਟੂਰ ਦਾ ਇਹ ਬਹੁਤ ਜ਼ਿਆਦਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਜੀ ਮਿਸਟਰ ਗਿੱਲ ਨੂੰ ਕਿ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਆਰਗੇਨਾਈਜ਼ ਵੀ ਕਰਦੇ ਆ, ਪ੍ਰਬੰਧ ਕਰਦੇ ਆ, ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ, ਕੋਈ ਕਮੀ ਨਹੀਂ ਹੈਗੀ। ਅਸੀਂ ਅਰਦਾਸਾਂ ਵੀ ਇਹਨਾਂ ਲਈ ਵੀ ਇਹ ਕਰੀਏ ਕਿ ਇਹਨਾਂ ਨੂੰ ਹਮੇਸ਼ਾ ਹੀ ਮਹਾਰਾਜ ਚੜ੍ਹਦੀ ਚੜ੍ਹਦੀਆਂ ਕਲਾ ਕਲਾ 'ਚ ਰਹਿਣ ਤੇ ਇਸ ਤਰ੍ਹਾਂ ਹੀ ਇਹ ਅੱਧੇ ਲੋਕਾਂ ਲੱਗੇ ਸੰਗਤਾਂ ਹੁੰਦੇ ਦੀ ਨੇ ਸੇਵਾ ਸਾਨੂੰ। ਕਰਦੇ ਰਹਿਣ ਤੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਕਿ ਇਹਨਾਂ ਦੇ ਕੋਈ ਵੀ ਰਾਹ ਦੇ ਵਿੱਚ ਇਹੋ ਜਿਹੀ ਵਿਘਨ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਤੇ ਗਿੱਲ ਟੂਰ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਅੱਜ ਆਪਣੀ ਸੰਗਤ ਨੂੰ ਲੈ ਕੇ ਗੁਰਦੁਆਰਾ ਸੱਚਾ ਸੌਦਾ ਪਹੁੰਚ ਆਏ ਆ ਜੀ। ਸੱਚਾ ਸੌਦਾ ਤੁਹਾਨੂੰ ਪਤਾ ਹੈ ਉਹ ਸਥਾਨ ਹੈ ਜਿੱਥੇ ਦਾ ਲੰਗਰ ਅੱਜ ਪੂਰੀ ਦੁਨੀਆ 'ਚ ਚੱਲ ਰਿਹਾ ਹੈ ਤੇ ਇਹ ਉਹੀ ਸਥਾਨ ਹੈ ਜਿੱਥੋਂ ਬਾਬਾ ਜੀ ਨੇ ਲੰਗਰ ਸ਼ੁਰੂ ਕੀਤਾ ਔਰ ਇੱਥੇ ਆ ਕੇ ਸੰਗਤਾਂ ਜਿਹੜੀਆਂ ਨੇ ਉਹ ਲੰਗਰ ਨਾ ਕਰਕੇ ਜਾਣ, ਇਹ ਪੋਸੀਬਲ ਨਹੀਂਗਾ। ਉਸ ਚੀਜ਼ ਨੂੰ ਰੱਖਦੇ ਹੋਏ ਗੁਰਦੁਆਰਾ ਸਾਹਿਬ ਹਮੇਸ਼ਾ ਜਦੋਂ ਵੀ ਅਸੀਂ ਆਇਆ ਉਹ ਮੇਕ ਸ਼ੋਰ ਕਰਦੇ ਨੇ ਕਿ ਜਿਹੜੀ ਵੀ ਸੰਗਤ ਆ ਰਹੀ ਹੈ ਦੁਨੀਆ ਭਰ ਤੋਂ ਇੱਥੇ ਲੰਗਰ ਕਰਕੇ ਜਾਣ। ਸਾਡੀ ਜਿਹੜੀ 2025 ਦੀ ਯਾਤਰਾ ਵੇ ਉਹ ਫਰਵਰੀ ਸ਼ੁਰੂ ਹੋਈ ਸੀ ਗੁਰਦੁਆਰਾ ਪੰਜਾ ਸਾਹਿਬ ਤੋਂ। ਕੱਲ੍ਹ ਅਸੀਂ ਲਾਹੌਰ ਦੇ ਗੁਰਦੁਆਰੇ ਇਤਿਹਾਸਿਕ ਸਥਾਨ ਕੀਤੇ ਤੇ ਅੱਜ ਅਸੀਂ ਸੱਚਾ ਸੌਦਾ ਦੇ ਵਿੱਚ ਮੌਜੂਦ ਹੈਗੇ। ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ, ਉੱਥੇ ਜਿਹੜਾ ਹੈ ਅਸੀਂ ਸੰਗਤਾਂ ਦੀ ਅਰਦਾਸ ਕਰਵਾਵਾਂਗੇ, ਇਤਿਹਾਸ ਦੱਸਾਂਗੇ। ਬਾਕੀ ਤੁਹਾਨੂੰ ਨਾਲ ਹੀ ਹੋਰ ਵੀ ਗੁਰਦੁਆਰੇ ਦੇ ਮੁਖਤਲਿਫ ਐਂਗਲ ਤੋਂ ਦੱਸਾਂਗੇ ਕਿ ਗੁਰਦੁਆਰੇ 'ਚ ਕੀ ਚੀਜ਼ਾਂ ਕੀ ਸਹੂਲਤਾਂ ਮੌਜੂਦ ਨੇ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਕਾ ਕਾਸਮ ਭਾਈ ਬਿਲਕੁਲ ਠੀਕ ਠਾਕ ਜੀ। ਆਪ ਠੀਕ ਹੋ? ਵਧੀਆ ਤੁਸੀਂ ਠੀਕ ਹੈ? ਖਾਲਸਾ ਸੋ ਸਤਨਾਮ ਵਾਹਿਗੁਰੂ ਸਤਨਾਮ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਜਿਹੜਾ ਨਾ ਲੱਸੀ ਵਾਲਾ ਹੀ ਹੈ, ਚਾਹ ਦੇਸੀ ਪੰਜ ਪੂਰੇ ਕਰਨੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀ ਸੰਗਤ ਕਿ ਆਪਾਂ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਦੇ ਫਿਰ ਰਹੇ ਹਾਂ। तो सारी संगत नूं बेनती है कि जी जिन्होंने वॉशरूम जाना सामने बिल्डिंग है जी, वॉशरूम ब्लॉक बने ने, गुरु घर सीढ़ियाँ चढ़ के आप ऊपर जाना, जोड़े इत्थे ही ला के आप उत्थे एक
ਓਮ ਬੋਲਣਾ ਜੀ ਵਾਹਿਗੁਰੂ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। प्रथम भगवती सिमर का गुरु नानक लित्याय। फिर अंगद गुरु ते अमरदास रामदास हुई सहाय। अर्जन हर गोबिंदो सिमरो श्री हराय। श्री हर कृष्ण ध्याया जिठे सब दुख जाए। तेग बहादुर सिमरिया कर नाउ निध आवै ताय सब थं सहाय। दसवें पातशाह श्री गुरु गोबिंद सिंह साहिब जी महाराज पंथ दे वाली अमृत के दाते सब थं सहाय। दसां पातशाहां दी जोत श्री गुरु ग्रंथ साहिब जी दे पाठ दीदार दा ध्यान करके खालसा जी बोलो जी। पंजा प्यारियां चौहों साहिबजादियां 40 मुक्तियां हाठियां जपियां तपियां जिन्हां नाम जपिया वंड छकिया देग चलाई तेग वाही देग सुन के अंडर कीता। तिना प्यारियां सचियारियां दी कमाई दा ध्यान करके खालसा जी बोलो जी। जिन्ना ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾ ਤਖਤਾਂ ਸਰਬਤ ਹੀ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬ੍ਰਿਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਕਾਰਾ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜਿਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਨਮ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਵਾਹਿਗੁਰੂ ਨਿਤਾਣਿਆਂ ਦੇ ਤਾਣ ਵਾਹਿਗੁਰੂ ਨੇ ਓਟਿਆਂ ਦੀ ਓਟ ਸੱਚੇ ਪਿਤਾਪ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦਾ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੱਚਖੰਡ ਸ੍ਰੀ ਸੱਚਾ ਸੌਦਾ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿਖੇ ਇਸ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ ਹਨ। ਸਾਜੇ ਹੋਏ ਦੀਵਾਨ ਦੇ ਅੰਦਰ ਸ਼ਬਦ ਕੀਰਤਨ ਹੋਏ ਹਨ। ਸੱਚੇ ਸਤਿਗੁਰੂ ਜੀ ਨਾਮ ਸਿਮਰਨ ਦੇ ਅਭਿਆਸ ਹੋਏ ਹਨ। ਸੱਚੇ ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਅੱਖਰ ਵਾਧਾ ਘਾਟਾ ਪੁਲਚੁਕ ਮਾਫ ਕਰਨੇ। ਅੱਗੇ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥਾ ਸੋਝੀ ਬਲ ਬੁੱਧੀ ਬਖਸ਼ਣੀ। ਸੱਚੇ ਸਤਿਗੁਰੂ ਜੀਓ ਗੁਰਬਾਣੀ ਦਾ ਭਾਗ ਦਰ ਕਰ ਆਈ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਦਰ ਕਰ ਆਈ ਸਮੂਹ ਸੰਗਤ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਉ ਆਇਆ ਦੂਰੋਂ ਚੱਲ ਕਾ ਮੈਂ ਤੱਕੀ ਤੋ ਸ਼ਰਨਾਇ ਜਿਉ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਹੋ ਦੁੱਖ ਗਵਾਇ ਜਿਉ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸਾਂ ਬੇਨਤੀਆਂ ਜੋਦਰੀਆਂ ਹਨ। ਸੱਚੇ ਸਤਿਗੁਰੂ ਜੀਓ ਰਣਜੀਤ ਸਿੰਘ ਕੁਲਵਿੰਦਰ ਕੌਰ ਪਰਿਵਾਰ ਸਹਿਤ ਅਰਦਾਸ ਬੇਨਤੀ ਕਰਵਾਉਣ। ਸੱਚੇ ਸਤਿਗੁਰੂ ਜੀਓ ਹਰਜਿੰਦਰ ਕੌਰ ਬਲਵੀਰ ਕੌਰ ਦਲਜੀਤ ਕੌਰ ਪਰਿਵਾਰ ਸਹਿਤ ਅਰਦਾਸਾਂ ਬੇਨਤੀਆਂ ਕਰਵਾਉਣ। ਸੱਚੇ ਸਤਿਗੁਰੂ ਜੀਓ ਬਲਵੀਰ ਸਿੰਘ ਅਰਦਾਸ ਬੇਨਤੀ ਕਰਵਾਉਣ। ਸੱਚੇ ਸਤਿਗੁਰੂ ਜੀਓ ਜਸਮੀਤ ਕੌਰ ਅਰਦਾਸ ਬੇਨਤੀ ਕਰਵਾ ਰਹੇ ਸੰਜੋਗਾਂ ਲਈ ਸੱਚੇ ਸਤਿਗੁਰੂ ਦੀ ਕਿਰਪਾ ਕਰਨੀ। ਹਰਭਜਨ ਸਿੰਘ ਕ੍ਰਿਸ਼ਨ ਕੌਰ ਅਰਦਾਸ ਬੇਨਤੀ ਕਰਵਾਉਣ। ਸੱਚੇ ਸਤਿਗੁਰੂ ਜੀਓ ਮਲਕੀਤ ਕੌਰ ਅਰਦਾਸ ਬੇਨਤੀ ਕਰਵਾਉਣ। ਸੱਚੇ ਸਤਿਗੁਰੂ ਜੀਓ ਦਮਨਜੀਤ ਸਿੰਘ ਆਰਤੀ ਕੌਰ ਅਰਦਾਸ ਬੇਨਤੀ ਕਰਵਾ ਰਹੇ ਹਨ। ਸੱਚੇ ਸਤਿਗੁਰੂ ਜੀਓ
ਪੰਮਰ ਪਰਿਵਾਰ ਅਰਦਾਸ ਬੇਨਤੀ ਕਰਵਾਉਣ ਸੱਚੇ ਸਤਿਗੁਰੂ ਜੀ। ਸਰਵਣ ਸਿੰਘ ਅਰਦਾਸ ਬੇਨਤੀ ਕਰਵਾ ਰਹੇ ਹਨ ਸੱਚੇ ਸਤਿਗੁਰੂ ਜੀਓ। ਹਰਜਿੰਦਰ ਸਿੰਘ ਅਰਦਾਸ ਬੇਨਤੀ ਕਰਵਾ ਰਹੇ ਪਰਿਵਾਰ ਸਹਿਤ ਸੱਚੇ ਸਤਿਗੁਰੂ ਦੀ ਕਿਰਪਾ ਕਰਨੀ। ਅਵਤਾਰ ਸਿੰਘ ਮੁਖਤਿਆਰ ਸਿੰਘ ਅਰਦਾਸ ਬੇਨਤੀ ਕਰਵਾਉਣ ਸੱਚੇ ਸਤਿਗੁਰੂ ਜੀਓ। ਅਨੰਦ ਪਰਿਵਾਰ ਅਰਦਾਸ ਬੇਨਤੀ ਕਰਵਾਉਣ ਸੱਚੇ ਸਤਿਗੁਰੂ ਜੀ। ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਜੋਦਰੀਆਂ ਹਨ ਸੱਚੇ ਸਤਿਗੁਰੂ ਜੀਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਸਮੂਹ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸੱਚੇ ਸਤਿਗੁਰੂ ਜੀ। ਅਰਦਾਸਾਂ ਬੇਨਤੀਆਂ ਜੋਦਰੀਆਂ ਹਨ ਸੱਚੇ ਸਤਿਗੁਰੂ ਕਿਰਪਾ ਕਰਨੀ। ਸਮੂਹ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਦੇ ਦਾਤ ਬਖਸ਼ਣੀ ਸੱਚੇ ਸਤਿਗੁਰੂ ਜੀਓ। ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ, ਖੁਸ਼ੀਆਂ ਖੇੜੇ ਦੇ ਪ੍ਰਕਾਸ਼ ਕਰਨੇ ਸੱਚੇ ਸਤਿਗੁਰੂ ਜੀਓ। ਅੰਮ੍ਰਿਤ ਵੇਲਾ ਬਖਸ਼ਣਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ, ਸਮੂਹ ਸੰਗਤਾਂ ਨੂੰ ਦੇਹ ਰੁਖਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਸਮੂਹ ਸੰਗਤਾਂ ਦੇ ਬੱਚਿਆਂ ਨੂੰ ਮਾਤਾ ਪਿਤਾ ਵੱਡਿਆਂ ਦੇ ਆਗਿਆਕਾਰੀ ਬਣਾਉਣਾ, ਦੇਹ ਰੁਖਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ। ਸਮੂਹ ਸੰਗਤਾਂ ਦੇ ਕਿਰਤ ਕਮਾਈਆਂ ਚ ਵਾਧੇ ਕਰਨੇ ਸੱਚੇ ਸਤਿਗੁਰੂ ਜੀਓ। ਅੰਗ ਸੰਗ ਹੋ ਕੇ ਸਾਈ ਹੋਣਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਅੰਤ ਸੰਗਤਾਂ ਅਰਦਾਸਾਂ ਬੇਨਤੀਆਂ ਕਰਵਾ ਰਹੇ ਬੱਚਿਆਂ ਦੇ ਸੰਜੋਗਾਂ ਲਈ ਸੱਚੇ ਸਤਿਗੁਰੂ ਜੀਓ। ਬੱਚਿਆਂ ਦੇ ਸੰਤਾਨਾਂ ਲਈ ਸੱਚੇ ਸਤਿਗੁਰੂ ਜੀਓ। ਬੱਚਿਆਂ ਦੇ ਰਿਸ਼ਤਿਆਂ ਲਈ ਸੱਚੇ ਸਤਿਗੁਰੂ ਕਿਰਪਾ ਕਰਨੀ। ਅੰਗ ਸੰਗ ਹੋ ਕੇ ਸਾਈ ਹੋਣਾ। ਸਮੂਹ ਸੰਗਤਾਂ ਦੇ ਸ਼ੁਭ ਕਾਮਨਾਵਾਂ ਪੂਰਨ ਕਾਰਜ ਰਾਸ ਕਰਨੇ, ਦੇਹ ਰੁਖਤਾ ਬਖਸ਼ਣੀ ਸੱਚੇ ਸਤਿਗੁਰੂ ਜੀਓ। ਆਪ ਜੀ ਦੇ ਗੁਰਸਿੱਖ ਬੱਚੇ ਯਾਤਰਾ ਵਾਸਤੇ ਨਿਕਲੇ ਹਨ। ਰਸਤੇ 'ਚ ਜੋ ਤਕਲੀਫਾਂ ਮੁਸ਼ਕਲਾਂ ਆਸਾਨ ਕਰਨੀਆਂ, ਅੰਗ ਸੰਗ ਹੋ ਕੇ ਸਾਈ ਹੋਣਾ। ਦਰ ਕਰ ਆਈ ਸਮੂਹ ਸੰਗਤ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ। ਸਰਬਤ ਦੇ ਕਾਰਜ ਰਾਸ ਕਰਨੇ, ਸਰਬਤ ਦੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸੱਚੇ ਸਤਿਗੁਰੂ ਜੀਓ। ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾਵਾਂ 'ਚ ਰੱਖਣਾ ਸੱਚੇ ਸਤਿਗੁਰੂ ਜੀਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਫਰਮਾਨ ਬਖਸ਼ ਕੇ ਦਾਸ ਸੰਗਤਾਂ ਨਿਹਾਲ ਕਰਨਾ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ। ਸਹੀ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆ ਜਿਹਦਾ ਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢੋਰਾ ਭਈ ਅਕਾਲ ਕੀ, ਤਵੇ ਜਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਭੋਜ ਹੈ, ਖੋਜ ਸ਼ਬਦ ਮੈਲੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਈ। ख्वार होए सब मिलेंगे, बचे शरण जो होए। ख्वार होए सब मिलेंगे, बचे शरण जो होए। बोले सो निहाल। वाहिगुरु जी का खालसा, वाहिगुरु जी की फतेह। वाहिगुरु साहिब जी दंडोत बंदन अनेक बार। सर्व कला समर्थ डोलन ते राखो प्रभु। नानक दे कर हथ फिरत फिरत प्रभ आया। करया तो शरणाए। नानक की प्रभ बेनती अपनी भगति लाए। ज्ञान ध्यान किश कर्म न जाना, सार न जाना तेरी। सब ते वड्डा सतगुर नानका, जिन कल राखी मेरी सुको अटल गुर सेविया। अहनिस सहज सुभाए
ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਢੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ। ਜਾਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ। ਜਾਕੋ ਓਟ ਤੁਹਾਰੀ ਰਾਉ। ਬਿਨ ਸਿਮਰਨ ਜੋ ਜੀਵਨ ਬਲ ਨਾ ਸਰਬ ਜੈਸੇ ਹਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ। ਸੋ ਸੁਖਿਆ ਤਨ ਉਸ ਜਨਮਾ ਨਾਨਕ ਤਿਸ ਬਲਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ। ਸੋ ਸੁਖਿਆ ਤਨ ਉਸ ਜਨਮਾ ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ। ਜਾਕੋ ਓਟ ਤੁਹਾਰੀ। ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਾਲ ਜਵਾਨੀ ਦੇ ਵਿੱਚ ਆਏ, ਪਿਤਾ ਮਹਿਤਾ ਕਾਲੂ ਜੀ ਜੋ ਕਿ ਰਾਏ ਭੋਏ ਦੀ ਤਲਵੰਡੀ ਦੇ ਰਹਿਸ਼ੀ ਸਨ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉੱਥੇ ਬਚਪਨ ਗੁਜ਼ਰਿਆ, ਉੱਥੇ ਬਾਲ ਜਵਾਨੀ 'ਚ ਆਏ। ਗੁਰੂ ਨਾਨਕ ਦੇਵ ਜੀ ਉਸ ਸਮੇਂ ਜਦੋਂ
ਬੰਦਗੀ 'ਚ ਲੀਨ ਰਹਿੰਦੇ ਸਨ ਬਚਪਨ ਤੋਂ ਹੀ। ਜਿੱਥੇ ਬਹਿਣਾ ਨਾਮ ਸਿਮਰਨ ਕਰਦੇ ਰਹਿਣਾ ਹਾਂ। ਸੋ ਮਾਤਾ ਪਿਤਾ ਜੀ ਨੇ ਸੋਚਿਆ ਕਿ ਨਾਨਕ ਜੀ ਨੂੰ ਕੋਈ ਵਪਾਰ ਸੌਦਾ ਕਰਵਾਈਏ, ਉਹਦੇ 'ਚ ਮਨ ਵੀ ਲੱਗਾ ਰਹੇਗਾ, 4 ਪੈਸੇ ਘਰ ਦੇ ਵਿੱਚ ਕਮਾ ਕੇ ਵੀ ਲੈ ਕੇ ਆਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਉਸ ਸਮੇਂ 20 ਰੁਪਏ ਦਿੱਤੇ। ਕਿਹਾ ਕਿ ਪੁੱਤਰ ਘਰ ਬੈਠੇ ਰਹਿੰਦੇ ਹੋ, ਜਾ ਕੇ ਕੋਈ ਵਪਾਰ ਸੌਦੇ ਦਾ ਕੰਮ ਕਰੋ, ਉਹਦੇ 'ਚ ਮਨ ਵੀ ਲੱਗਾ ਰਹੇਗਾ, 4 ਪੈਸੇ ਘਰ ਦੇ ਵਿੱਚ ਵੀ ਕਮਾ ਕੇ ਲੈ ਕੇ ਆਓਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਪਿਤਾ ਜੀ ਦੀ ਗੱਲ ਨਹੀਂ ਸੀ ਟਾਲਦੇ ਹੁੰਦੇ, ਸਤ ਬਚਨ ਆਖ ਕੇ ਚਲੇ ਜਾਣਾ, ਜੋ ਵੀ ਕੰਮ ਆਖਿਆ। ਸੋ ਉਸ ਸਮੇਂ ਪਿਤਾ ਜੀ ਵੱਲੋਂ ਜਿਹੜੇ 20 ਰੁਪਏ ਮਿਲੇ, ਉਸ ਸਮੇਂ ਬਹੁਤ ਵੱਡੀ ਰਕਮ ਸੀ 20 ਰੁਪਏ। ਪਿਤਾ ਜੀ ਨੇ ਇਸ ਸ਼ਹਿਰ ਦੇ ਵਿੱਚ ਭੇਜਿਆ ਮੰਡੀ ਚੂੜਕਾਣਾ। ਮੰਡੀ ਚੂੜਕਾਣਾ ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਇਸ ਇਲਾਕੇ ਦੀ ਜੋ ਮੰਡੀ ਸੀ ਉਹ ਬਹੁਤ ਮਸ਼ਹੂਰ ਸੀ। ਇਸ ਮੰਡੀ ਦਾ ਗੁੜ, ਸ਼ੱਕਰ, ਚੀਨੀ, ਸਬਜ਼ੀਆਂ, ਅਨਾਜ, ਗੰਦਮ ਬਹੁਤ ਮਸ਼ਹੂਰ ਸੀ। ਸਨ ਵੱਡੇ ਵੱਡੇ ਵਪਾਰੀ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਵਪਾਰ ਸੌਦਾ ਕਰਦੇ ਸਨ। ਤਲਵੰਡੀ ਤੋਂ 38-40 ਕਿਲੋਮੀਟਰ ਸਫ਼ਰ ਦੂਰ ਹੈ ਜਿੱਥੇ ਅੱਜ ਨਨਕਾਣਾ ਸਾਹਿਬ ਹੈ। ਪੁਰਾਣਾ ਨਾਮ ਨਨਕਾਣਾ ਸਾਹਿਬ ਦਾ ਰਾਏਪੁਰ ਦੀ ਤਲਵੰਡੀ ਹੀ ਹੈ। ਆਪਾਂ ਇਤਿਹਾਸ ਪੜ੍ਹੇ, ਇਤਿਹਾਸ 'ਚ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸਾਥੀ ਭਾਈ ਮਰਦਾਨਾ ਜੀ ਨੂੰ ਲੈ ਕੇ ਉੱਥੋਂ ਤੁਰੇ। ਹੁਣ ਤੇ ਆਪਾਂ ਜਦੋਂ ਉੱਥੋਂ ਆਉਂਦੇ ਹਾਂ ਨਾ ਨਨਕਾਣਾ ਸਾਹਿਬ ਤੋਂ, ਸਿਰਫ ਸਾਨੂੰ 40 ਤੋਂ 45 ਮਿੰਟ ਲੱਗਦੇ ਨੇ, ਕਿਉਂਕਿ ਆਪਾਂ ਗੱਡੀਆਂ 'ਚ ਬੈਠ ਕੇ ਆਉਣਾ ਹੈ। ਸਾਫ਼ ਸੜਕਾਂ ਬਣੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਏ ਸਨ, ਨਾ ਹੀ ਕੋਈ ਰੋਡ ਬਣੇ ਸਨ, ਨਾ ਹੀ ਕੋਈ ਗੱਡੀਆਂ ਕਾਰਾਂ ਸੀ। ਪੈਦਲ ਹੀ ਸਫ਼ਰ ਕਰਕੇ ਇਸ ਮੰਡੀ ਦੇ ਵਿੱਚ ਆਏ ਸਨ। ਗੁਰੂ ਸਾਹਿਬ ਜਦੋਂ ਇੱਥੋਂ ਗੁਜ਼ਰਦੇ ਹਨ, ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ, ਉਸ ਸਮੇਂ ਜੰਗਲ ਸੀ। ਇੱਕ ਮਿੱਟੀ ਦਾ ਟਿੱਲਾ ਸੀ। ਅੱਜ ਗੁਰਦੁਆਰਾ ਸਾਹਿਬ ਉਸੇ ਟਿੱਲੇ ਦੇ ਉੱਪਰ ਹੀ ਬਣਿਆ ਹੈ। ਜਿਹੜਾ ਆਪਾਂ ਸੀੜੀਆਂ ਚੜ੍ਹ ਕੇ ਉੱਪਰ ਆਏ ਹਾਂ, ਟਿੱਲੇ ਦੇ ਉੱਪਰ ਹੀ ਗੁਰੂ ਘਰ ਬਣਿਆ ਹੈ। ਇਹਦੇ ਥੱਲੇ ਕੋਈ ਬੇਸਮੈਂਟ ਤਹਿਖਾਨਾ ਨਹੀਂ ਹੈ। ਟਿੱਲੇ ਦੇ ਉੱਪਰ ਹੀ ਵਣ ਦੇ ਰੁੱਖ ਲੱਗੇ ਹੋਏ ਸਨ। ਉਹ ਰੁੱਖਾਂ ਦੇ ਥੱਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੰਦਗੀ ਵਾਲੇ ਸਾਧੂ ਸੰਤ ਬੈਠੇ ਸਨ, ਜੋ ਕਿ ਕਾਫੀ ਦਿਨਾਂ ਦੇ ਹੀ ਬੰਦਗੀ 'ਚ ਲੀਨ ਸਨ। ਉਸ ਸਮੇਂ ਦੇ ਜਿਹੜੇ ਦਰਵੇਸ਼ ਸਾਧੂ ਸੰਤ ਲੋਕ ਸਨ, ਕਿਸੇ ਕੋਲ ਮੰਗ ਕੇ ਵੀ ਨਹੀਂ ਸੀ ਖਾਂਦੇ ਹੁੰਦੇ। ਜਿੱਥੇ ਰਹਿਣਾ ਬਹਿਣਾ, ਉੱਥੇ ਨਾਮ ਕੁਮਾਰੀ 'ਚ ਹੀ ਰਹਿਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ, ਭਾਈ ਮਰਦਾਨਿਆਂ, ਇੱਥੇ ਕੁਝ ਸਾਧੂ ਸੰਤ ਬੈਠੇ ਹਨ, ਆਜੋ ਆਪਾਂ ਵੀ ਥੋੜ੍ਹਾ ਸਮਾਂ ਬੈਠ ਕੇ ਨਾਮ ਸਿਮਰਨ ਕਰਕੇ ਆਪਾਂ ਫਿਰ ਮੰਡੀ ਵੱਲ ਜਾਣਾ ਹੈ। ਮੰਡੀ ਇੱਥੋਂ 1 ਕਿਲੋਮੀਟਰ ਦੂਰ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਉਹਨਾਂ ਸਾਧੂ ਸੰਤਾਂ ਦੇ ਨਾਲ ਬੈਠ ਕੇ ਨਾਮ ਸਿਮਰਨ ਕਰਦੇ ਰਹੇ। ਕਾਫੀ ਸਮਾਂ ਬੈਠੇ ਰਹੇ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਰਾਹੀਂ ਗੁਰੂ ਸਾਹਿਬ ਨੂੰ ਪਤਾ ਚੱਲਿਆ ਕਿ ਕਾਫੀ ਦਿਨਾਂ ਦੇ ਭੁੱਖੇ ਪਿਆਸੇ ਬੈਠੇ ਨੇ, ਬੰਦਗੀ ਕਰੀ ਜਾ ਰਹੇ ਨੇ। ਗੁਰੂ ਸਾਹਿਬ ਦੇ ਕੋਲ ਉਹਨਾਂ ਦੀ ਭੁੱਖ ਨਹੀਂ ਵੇਖੀ ਗਈ। ਕਿਹਾ, ਭਾਈ ਮਰਦਾਨਿਆਂ, ਤੁਸੀਂ ਫੌਰੀ ਮੰਡੀ ਜਾ ਕੇ ਉੱਥੋਂ ਲੰਗਰ ਦੀ ਰਸਦ ਲਿਆਓ, ਸਾਰੇ ਸਾਧੂਆਂ ਵਾਸਤੇ ਨਵੇਂ ਪੁਸ਼ਾਕ ਲੈ ਕੇ ਆਓ, ਕਿਉਂਕਿ ਜਿਹੜੇ ਸਾਧੂ ਸੰਤ ਬੈਠੇ ਸਨ, ਕਈਆਂ ਦੇ ਪੁਸ਼ਾਕ ਵੀ ਉਸ ਸਮੇਂ ਪਾੜ ਗਏ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਗਰ ਜਿਹਦੇ ਵਿੱਚ ਬਣਾਉਣਾ ਸੀ, ਤਿਆਰ ਕਰਨਾ ਸੀ, ਬਰਤਨ ਪਤੀਲੇ ਵੀ ਮੰਗਵਾਏ ਉਸ ਸਮੇਂ। ਉਸ ਸਮੇਂ ਇਸ ਅਸਥਾਨ ਦੇ ਵਿੱਚ ਭੱਠੀਆਂ ਜਲ ਗਈਆਂ। ਲੰਗਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਸੇਵਾ ਕਰਵਾਈ। ਲੰਗਰ ਤਿਆਰ ਕਰਵਾ ਕੇ ਉਹਨਾਂ ਭੁੱਖੇ ਸਾਧੂਆਂ ਨੂੰ ਪਹਿਲੇ ਛਕਾਇਆ। ਇਸ ਪਿੰਡ ਦੇ ਵਿੱਚ ਆਲੇ ਦੁਆਲੇ ਉਸ ਸਮੇਂ ਜਿੰਨੇ ਹੀ ਲੋੜਵੰਦ ਸੰਗਤਾਂ ਪਰਿਵਾਰ ਰਹਿੰਦੇ ਸਨ, ਉਹਨਾਂ ਨੂੰ ਲੰਗਰ ਛਕਾਇਆ। ਆਏ ਗਏ ਮੁਸਾਫਰਾਂ ਨੂੰ ਛਕਾਇਆ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ 3 ਤੋਂ 4 ਦਿਨ ਲਗਾਤਾਰ ਹੀ ਲੰਗਰ ਚਲਾਉਂਦੇ ਰਹੇ ਨੇ। ਗੁਰੂ ਸਾਹਿਬ ਨੇ ਉਪਰੰਤ ਉਹਨਾਂ ਸਾਧੂ ਸੰਤਾਂ ਨੂੰ ਬਿਠਾ ਕੇ ਇੱਕ ਉਪਦੇਸ਼ ਵੀ ਦਿੱਤੀ ਕਿ ਹੇ ਸੰਤੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ, ਹਰ ਮਨੁੱਖ ਨੂੰ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸੋ ਆਪ ਜੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਕਿਰਤ ਕਰਿਆ ਕਰੋ। ਐ ਨਹੀਂ ਹੈ ਕਿ ਸਿਰਫ ਅਸੀਂ ਘਰ-ਬਾਰ ਛੱਡ ਕੇ ਤੇ ਅਸੀਂ ਜੰਗਲਾਂ 'ਚ ਬੈਠ ਕੇ ਸਿਰਫ ਬੰਦਗੀ ਹੀ ਕਰੀ ਜਾਣੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਮੰਨੋਗੇ, ਉਹਦੇ ਵਿੱਚ ਜੀਵਨ ਸਫਲੇ ਨੇ ਆਪ ਜੀ ਦੇ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਸੋ ਅੱਜ ਤੋਂ ਬਾਅਦ ਕਿਰਤ ਦੇ ਟਾਈਮ ਕਿਰਤ ਕਰਨੀ ਹੈ ਔਰ ਬੰਦਗੀ ਦੇ ਟਾਈਮ ਬੰਦਗੀ ਕਰਨੀ ਹੈ। ਔਰ ਜੋ ਤੁਹਾਡੇ ਕਿਰਤ ਕਮਾਈਆਂ 'ਚ ਵਾਧੇ ਹੋਣ, ਅੱਗੇ ਲੋੜਵੰਦ ਮਨੁੱਖਾਂ ਦੀ ਵੀ ਸੇਵਾ ਕਰਿਆ ਕਰੋ। ਉਹਦੇ 'ਚ ਖੁਸ਼ੀਆਂ ਮਾਣੋਗੇ, ਉਹਦੇ 'ਚ ਆਪ ਜੀ ਦੇ ਜੀਵਨ ਸਫਲੇ ਨੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਮੇਂ ਸਭ ਨੂੰ ਹੀ ਉਪਦੇਸ਼ ਦੇ ਕੇ
ਕਹਿਣ ਲੱਗੇ ਭਾਈ ਮਰਦਾਨਿਆਂ ਹੁਣ ਆਪਾਂ ਵਾਪਸ ਹੀ ਤਲਵੰਡੀ ਚੱਲਦੇ ਹਾਂ। ਸੋ ਭਾਈ ਮਰਦਾਨਾ ਜੀ ਉਸ ਸਮੇਂ ਕਹਿਣ ਲੱਗੇ ਕਿ ਗੁਰੂ ਸਾਹਿਬ ਆਪਾਂ ਤੇ ਹਲੇ ਕੋਈ ਵਪਾਰ ਸੌਦਾ ਸਮਾਨ ਵੀ ਨਹੀਂ ਖਰੀਦਿਆ, ਆਪਾਂ ਖਾਲੀ ਹੱਥ ਪਿਤਾ ਜੀ ਨੂੰ ਜਾ ਕੇ ਕੀ ਦੱਸਾਂਗੇ ਕਿ ਅਸੀਂ ਕੀ ਕਰਕੇ ਆਏ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਹੀ ਪਿਆਰ ਦੇ ਨਾਲ ਕਹਿਣ ਲੱਗੇ ਭਾਈ ਮਰਦਾਨਿਆਂ ਜਿਹੜਾ ਆਪਾਂ 3-4 ਦਿਨ ਇੱਥੇ ਸੌਦਾ ਕਰਦੇ ਰਹੇ ਇਸ ਤੋਂ ਵੱਡਾ ਕੋਈ ਸੌਦਾ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹੀ ਹੁਕਮ ਹੈ ਕਿ ਭੁੱਖੇ ਨੂੰ ਲੰਗਰ ਛਕਾਉਣਾ, ਲੋੜਵੰਦ ਦੀ ਸੇਵਾ ਮਦਦ ਕਰਨੀ। ਜਿਹੜੀ ਆਪਾਂ ਲੰਗਰ ਦੀ ਸੇਵਾ ਕਰਕੇ ਜਾ ਰਹੇ ਹਾਂ ਇਹੀ ਸੱਚਾ ਸੌਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੋਂ ਉਸ ਸਮੇਂ ਵੀ ਇੰਨੀਆਂ ਸੰਗਤਾਂ ਨੂੰ ਲੰਗਰ ਛਕਾ ਕੇ ਵੀ ਉਹ 20 ਰੁਪਇਆਂ ਦੇ ਵਿੱਚੋਂ ਕੁਝ ਰੁਪਏ ਬਚ ਗਏ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵਾਪਸ ਜਾ ਰਹੇ ਸਨ, ਜਿੱਥੇ ਵੀ ਲੋੜਵੰਦ ਨਜ਼ਰ ਆਇਆ ਉਹਨਾਂ ਦੇ ਵਿੱਚ ਉਹ ਵੰਡਦੇ ਖਾਲੀ ਹੱਥੇ ਪਹੁੰਚ ਗਏ ਸਨ ਗੁਰਦੁਆਰਾ ਸ੍ਰੀ ਤੰਬੂ ਸਾਹਿਬ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਉਹ ਰਚਨਾ ਰਚੀ 20 ਰੁਪਇਆਂ ਦਾ ਜੋ ਸੱਚਾ ਸੌਦਾ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸੀ ਰਚਨਾ ਰਚ ਗਏ ਨੇ ਔਰ ਰਹਿੰਦੀ ਦੁਨੀਆ ਤੱਕ ਰਹੇਗਾ। ਅੱਜ ਗੁਰੂ ਸਾਹਿਬ ਦੇ ਅਪਾਰ ਬਖਸ਼ ਦੇਖੋ, ਪੂਰੇ ਦੁਨੀਆ ਦੇ ਵਿੱਚ ਚੱਲ ਰਿਹਾ ਗੁਰੂ ਸਾਹਿਬ ਦਾ ਲੰਗਰ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਗੁਰਸਿੱਖ ਵਸ ਰਹੇ ਨੇ ਗੁਰੂ ਕਾ ਲੰਗਰ ਉੱਥੇ ਚੱਲ ਰਿਹਾ। ਗੁਰੂ ਸਾਹਿਬ ਦੀ ਕਿਰਪਾ ਹੈ। ਸਾਡੇ ਮਨ 'ਚ ਇਹ ਵੀ ਨਾ ਹੋਵੇ ਕਿ ਅਸੀਂ ਲੰਗਰਾਂ ਦੀ ਸੇਵਾ ਕਰਦੇ ਤੇ ਚੱਲ ਰਿਹਾ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਚੱਲਦਾ ਰਿਹਾ, ਉਹਦੀ ਕਿਰਪਾ ਦੇ ਨਾਲ ਹੀ ਚੱਲਦਾ ਰਹਿਣਾ ਹੈ। ਇਸੇ ਤਰ੍ਹਾਂ ਹੀ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਸਾਡੇ ਆਉਣ ਵਾਲੇ ਵਕਤਾਂ 'ਚ ਬੱਚਿਆਂ ਨੂੰ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ੇ। ਇਸੇ ਤਰ੍ਹਾਂ ਸਾਨੂੰ ਹਿੰਮਤ ਬਲ ਬੁੱਧੀ ਬਖਸ਼ੇ, ਸਾਡੇ ਕੋਲੋਂ ਸੇਵਾ ਸੰਭਾਲ ਲੈਂਦਾ ਰਵੇ। ਸੋ ਆਪਾਂ ਉਸ ਪਾਵਨ ਪਵਿੱਤਰ ਰੁੱਖ ਦੇ ਵੀ ਦਰਸ਼ਨ ਕਰਨੇ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਬਿਠਾ ਕੇ ਲੰਗਰ ਪ੍ਰਸ਼ਾਦਾ ਚਖਾਇਆ। ਉਹ ਰੁੱਖ ਅੱਜ ਵੀ ਹਰਾ ਔਰ ਪਰਾ ਗੁਰੂ ਘਰ ਦੇ ਵਿੱਚ ਮੌਜੂਦ ਹੈ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਾਪਤ ਕਰਨ ਜੀ। ਸੋ ਆਪਾਂ ਹੁਣ ਕੜਾ ਪ੍ਰਸ਼ਾਦੀ ਦੇਗ ਲੈ ਕੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ ਕੜਾ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਨੂੰ ਜਿਵੇਂ ਕਿ ਅੰਦਰ ਆਪਾਂ ਬੇਨਤੀ ਕੀਤੀ ਸੀ ਕਿ ਆਪਾਂ ਉਸ ਰੁੱਖ ਦੇ ਦਰਸ਼ਨ ਕਰਨੇ ਹਨ। ਸੋ ਇਹੀ ਉਹ ਪਾਵਨ ਪਵਿੱਤਰ ਰੁੱਖ ਹੈ ਜੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਰੁੱਖ ਦੇ ਥੱਲੇ ਬੈਠ ਕੇ ਨਾਮ ਸਿਮਰਨ ਕੀਤਾ। ਇਸੇ ਰੁੱਖ ਦੇ ਥੱਲੇ ਹੀ ਉਹ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਉਹਨਾਂ ਭੁੱਖੇ ਸਾਧੂਆਂ ਨੂੰ ਛਕਾਇਆ ਸੀ। ਇਹ ਰੁੱਖ ਉਹੀ ਪਾਵਨ ਪਵਿੱਤਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਰਾ ਔਰ ਪਰਾ ਅੱਜ ਵੀ ਗੁਰੂ ਘਰ ਦੇ ਵਿੱਚ ਮੌਜੂਦ ਹੈ ਜੀ। ਸਿਰਫ ਇਹਦੇ ਠੰਡ ਦੇ ਕਰਕੇ ਪੱਤਝੜ ਦਾ ਮੌਸਮ ਸੀ, ਚੜ ਗਏ ਨੇ। ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਇਹਨੇ ਹਰਾ ਔਰ ਪਰਾ ਹੋ ਜਾਣਾ ਵਾ। ਕਾਹਦਾ ਦਰਖਤ ਕੋਈ ਉਸੇ ਟਾਈਮ ਦਾ ਹੀ ਹੈ? ਉਸ ਤੋਂ ਹੀ ਪਹਿਲਾਂ ਦਾ ਜੀ ਦੱਸਦੇ ਆ। ਅੱਛਾ ਜੀ, ਇਹ ਕਾਹਦਾ ਦਰਖਤ ਇਹ ਵਣ ਹੈ, ਵਣ ਜੀ, ਵਣ ਇਹ ਬੇਰੀ ਹੈ। ਕਿਉਂਕਿ ਵਣ, ਬੋੜ, ਪਿੱਪਲ, ਜੰਡ ਇਹਨਾਂ ਦੀਆਂ ਉਮਰਾਂ ਜਿਹੜੀਆਂ ਨੇ ਹਜ਼ਾਰਾਂ ਸਾਲ ਨੇ ਲੰਮੀਆਂ। ਕਿਉਂਕਿ ਜਿਹੜੇ ਆਪਾਂ ਦੇਖੋ ਇਤਿਹਾਸ ਜਿਹੜੇ ਸਾਂਭ ਕੇ ਰੱਖੇ ਨੇ ਉਹੀ ਨੇ, ਨਵੇਂ ਕਿੱਥੇ ਵੀ ਨਹੀਂ ਤੁਸੀਂ ਨਜ਼ਰ ਆਏਗਾ ਕਿ ਉਗਰਿਆ ਕਿੱਥੇ। ਉਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਇਤਿਹਾਸ ਤੁਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਏ ਹੋਗੇ ਜਾਂ ਕਰਨ ਜਾਓਗੇ, ਦੇਖੋ ਤੰਬੂ ਸਾਹਿਬ 'ਚ ਵੀ ਉਹੀ ਪੁਰਾਣਾ ਰੁੱਖ ਅੱਜ ਵੀ ਮੌਜੂਦ ਹੈ। ਮਾਲਜੀ ਸਾਹਿਬ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਪ ਨੇ ਛਾਂ ਕੀਤੀ ਸੀ ਅੱਜ ਵੀ ਉਹ ਰੁੱਖ ਮੌਜੂਦ ਹਨ।
ਉਹ ਜੰਡ ਦਾ ਰੁੱਖ ਵੀ ਅੱਜ ਮੌਜੂਦ ਹੈ ਜਿੱਥੇ ਸਾਕਾ ਨਨਕਾਣਾ ਸਾਹਿਬ ਵਾਪਰਿਆ 200 ਸਿੰਘਾਂ ਨੂੰ ਜਿੱਥੇ ਸ਼ਹੀਦ ਕੀਤਾ, ਅੱਜ ਵੀ ਉਹ ਰੁੱਖ ਮੌਜੂਦ ਹਨ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹੀ ਪਾਵਨ ਪਵਿੱਤਰ ਇਤਿਹਾਸੀ ਰੁੱਖ ਅੱਜ ਵੀ ਗੁਰੂ ਘਰਾਂ ਦੇ ਵਿੱਚ ਮੌਜੂਦ ਹਨ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਕਿ ਸਾਹਮਣੇ ਹੀ ਲੰਗਰ ਹਾਲ ਹੈ ਜੀ, ਗੁਰੂ ਕਾ ਲੰਗਰ ਚਖਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ। ਪਿਆਰੀ ਸੰਗਤ ਜੀ, ਜੋ ਤੁਸੀਂ ਪਵਿੱਤਰ ਸਥਾਨ ਵੇਖ ਰਹੇ ਹੋ, ਇਹ ਉਹੀ ਵਣ ਦਾ ਦਰਖਤ ਹੈਗਾ। ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਨੇ ਬਹਿ ਕੇ 20 ਰੁਪਿਆਂ ਦਾ ਸੌਦਾ ਕੀਤਾ ਔਰ ਉਹੀ ਲੰਗਰ ਚਲਾਇਆ ਜਿਹੜਾ ਅੱਜ ਕੇ ਪੂਰੀ ਦੁਨੀਆ 'ਚ ਹਰ ਜਗ੍ਹਾ ਤੇ ਹਰ ਸ਼ਹਿਰ 'ਚ ਜਿੱਥੇ ਗੁਰੂ ਦਾ ਘਰ ਹੈ ਉੱਥੇ ਗੁਰੂ ਦਾ ਲੰਗਰ ਚੱਲ ਰਿਹਾ। ਇਹ ਉਹੀ ਥਾਂ ਹੈ ਜਿੱਥੇ ਬਾਬਾ ਜੀ ਨੇ ਬੈਠ ਕੇ ਉਹ ਸੌਦਾ ਕੀਤਾ, ਜਿਹਨੂੰ ਅੱਜ ਸਾਰੀ ਦੁਨੀਆ ਜਿਹੜੀ ਹੈ ਗੁਰੂ ਕਾ ਲੰਗਰ ਦੇ ਨਾਮ ਤੇ ਜਾਣਦੀ ਹੈ। ਜਿਵੇਂ ਗਿਆਨੀ ਜੀ ਨੇ ਦੱਸਿਆ ਕਿ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ 'ਚ ਵੇਖਿਆ ਹੋਵੇਗਾ ਕਿ ਜਦੋਂ ਅਸੀਂ ਸੈਪਟੰਬਰ 'ਚ ਆਏ ਜਾਂ ਅਪ੍ਰੈਲ 'ਚ ਆਏ ਤੇ ਇਹ ਵਣ ਦਾ ਦਰਖਤ ਉਸੇ ਤਰ੍ਹਾਂ ਹਰਾ ਭਰਾ ਹੁੰਦਾ ਹੈ। ਹੁਣ ਤਾਂ ਚਲੋ ਵਿੰਟਰ ਦਾ ਸੀਜ਼ਨ ਹੈ, ਬਟ ਕਹਿਣ ਦਾ ਅੰਕਲ ਜਿਵੇਂ ਗਿਆਨੀ ਜੀ ਦੱਸ ਰਹੇ ਸਨ, ਮਕਸਦ ਹੈ ਵੇ ਕਿ ਤੁਸੀਂ ਆਪ ਵੇਖ ਕੇ ਆਏ ਹੋਏ ਹੋ, ਤੰਬੂ ਸਾਹਿਬ ਚਲੇ ਜਾਓ ਜਾਂ ਚਲੇ ਜਾਓ ਮਾਲਜੀ ਸਾਹਿਬ, ਉਹ ਜਿਹੜੇ ਝੰਡ ਨੇ ਉਹ ਉਸੇ ਤਰ੍ਹਾਂ 500-600 ਸਾਲ ਪੁਰਾਣੇ ਨੇ ਔਰ ਅੱਜ ਵੀ ਇਹ ਕੋਈ ਮੇਰੇ ਖਿਆਲ ਗੁਰੂ ਦੀ ਕੋਈ ਬਖਸ਼ਿਸ਼ ਹੈਗੀ ਕਿ ਉਹ ਅੱਜ ਵੀ ਉਂਝ ਹੀ ਹਰੇ ਭਰੇ ਆ। ਬਿਲਕੁਲ ਜੀ, ਇੱਥੇ ਦਾ ਜੋ ਇਤਿਹਾਸ ਹੈ ਦੇਖ ਕੇ ਮਨ ਰੁੱਤੇ ਜਾਂਦੇ ਹਨ। ਉਹੀ ਜੋ 500-600 ਸਾਲ ਪਹਿਲਾਂ ਦਰਖਤ ਜਾਂ ਸ਼ਾਇਦ ਪਹਿਲਾਂ ਦੇ ਹੋਣਗੇ, ਅੱਜ ਵੀ ਹਰੇ ਭਰੇ ਹਨ। ਇਹ ਪੱਤਝੜ ਦੇ ਨਾਲ ਥੋੜ੍ਹਾ ਜਿਹਾ ਚੇਂਜ ਹੋ ਜਾਂਦੀ ਹੈ, ਪੱਤੇ ਝੜ ਜਾਂਦੇ ਹਨ, ਪਰ ਆਉਣ ਵਾਲੇ ਟਾਈਮ 'ਤੇ 2-4 ਮਹੀਨੇ ਦੇ ਵਿੱਚ ਫਿਰ ਹਰਾ ਭਰਾ ਹੋ ਜਾਏਗਾ। ਅਤੇ ਮਹਾਰਾਜ ਦੀ ਕਿਰਪਾ, ਜਿਸ ਤਰ੍ਹਾਂ ਗਿਆਨੀ ਦੱਸਿਆ ਕਿ ਹਜ਼ਾਰਾਂ ਸਾਲ ਹੀ ਰਹਿੰਦੇ ਨੇ, ਅਤੇ ਅੱਜ ਵੀ ਸਾਨੂੰ ਉਹੀ ਦਰਸਾਉਂਦੇ ਹਨ ਕਿ ਸਾਡੇ ਗੁਰੂਆਂ ਨੇ ਭੁੱਖੇ ਸਾਧੂਆਂ ਨੂੰ ਇੱਥੇ ਹੀ ਲੰਗਰ ਛਕਾਇਆ ਸੀ। ਉਹੀ ਲੰਗਰ ਅੱਜ ਦੁਨੀਆ ਦੇ ਵਿੱਚ ਥਾਂ ਥਾਂ ਜਿੱਥੇ ਸਿੱਖਲੀ ਵਾਰ ਉੱਥੇ ਭੰਡਾਰੇ ਚੱਲਦੇ ਆ। ਤੇ ਸੰਗਤ ਜੀ, ਕਹਿਣ ਦਾ ਮਕਸਦ ਹੈ ਕਿ ਤੁਸੀਂ ਆਪ ਆਓ, ਤੁਸੀਂ ਆਪ ਵੇਖੋ, ਕਿਉਂਕਿ ਜਦੋਂ ਅੱਖੀ ਵੇਖੋਗੇ ਜੋ ਸਿਰਫ ਤੁਸੀਂ ਪੜ੍ਹਿਆ ਜਾਂ ਸੁਣਿਆ ਉਹ ਤੁਹਾਡੀ ਰੂਹ ਨੂੰ ਹੋਰ ਤਾਜ਼ਾ ਕਰ ਦੇਗਾ। ਜਿਵੇਂ ਤੁਹਾਨੂੰ ਉਦੋਂ ਅਸੀਂ ਪੰਜਾ ਸਾਹਿਬ ਵਿਖਾਇਆ, ਮਹਾਰਾਜ ਦੇ ਹੱਥ ਦਾ ਨਿਸ਼ਾਨ, ਸਿਰਫ ਤੁਸੀਂ ਕਿਤਾਬਾਂ 'ਚ ਪੜ੍ਹਿਆ ਜਾਂ ਸੁਣਿਆ, ਪਰ ਜਦੋਂ ਆ ਕੇ ਤੁਸੀਂ ਅੱਖੀ ਵੇਖਦੇ ਹੋ, ਜਦੋਂ ਆ ਕੇ ਤੁਸੀਂ ਪੰਜੇ ਨਾਲ ਪੰਜਾ ਮਿਲਾਦੇ ਹੋ, ਇਸ ਲਾਈਕ ਤੁਹਾਨੂੰ ਉਹ ਰਿਵਾਈਵ ਕਰ ਦਿੰਦੀ ਹੈ ਤੁਹਾਡੀ ਸੋਲ ਨੂੰ, ਤੁਹਾਡੇ ਫੇਥ ਨੂੰ। ਸੋ ਅਸੀਂ ਇਹੀ ਕਹਾਂਗੇ ਕਿ ਜਿੰਨਾ ਵੀ ਜ਼ਿਆਦਾ ਹੋ ਸਕੇ ਤੁਸੀਂ ਇਹਨਾਂ ਗੁਰੂ ਘਰਾਂ 'ਚ ਆਓ ਤਾਂ ਕਿ ਤੁਹਾਨੂੰ ਆਪਣੇ ਰੂਟਸ ਨਾਲ ਜੁੜਨ ਦਾ ਉਹ ਮੌਕਾ ਮਿਲ ਸਕੇ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਬਹੁਤ ਰੂਬਰੂ ਨਹੀਂ ਦਿਖਦੀਆਂ, ਜਿਸ ਤਰ੍ਹਾਂ ਆਪਾਂ ਕੱਲ੍ਹ ਸਿੰਘਾਂ ਸਿੰਘਣੀਆਂ ਦੇ ਗੁਰਦੁਆਰੇ ਸਾਹਿਬ ਗਏ ਹਾਂ, ਉੱਥੇ ਜੋ ਖੂਹ ਹੈ, ਜੇ ਅਸੀਂ ਖੂਹ ਨੂੰ ਆ ਕੇ ਦੇਖਦੇ ਹਾਂ ਤਾਂ ਫਿਰ ਹੀ ਸਾਨੂੰ ਪਤਾ ਲੱਗਦਾ ਕਿ ਸਾਡੇ ਸਿੰਘਾਂ ਸਿੰਘਣੀਆਂ ਦੀਆਂ ਕੀ ਕੁਰਬਾਨੀਆਂ ਹਨ, ਉਹਨਾਂ 'ਤੇ ਕੀ ਜ਼ੁਲਮ ਕੀਤੇ ਗਏ, ਜੋ ਸਰਕਾਰਾਂ ਉਸ ਟਾਈਮ ਦੀਆਂ ਸਨ ਉਹਨਾਂ ਨੇ ਇਹਨਾਂ 'ਤੇ ਕੀ ਜ਼ੁਲਮ ਕੀਤੇ। ਅਤੇ ਉਹ ਮਤਲਬ ਜਦੋਂ ਆਓਗੇ ਤਾਂ ਹੀ ਪਤਾ ਲੱਗੇਗਾ। ਖੂਹ ਦੀ ਫੋਟੋ ਦੇਖ ਕੇ ਤੁਹਾਨੂੰ ਕੁਛ ਨਹੀਂ ਪਤਾ ਲੱਗੇਗਾ, ਅਤੇ ਪਰ ਅੱਖੀਂ ਦੇਖੋਗੇ ਤਾਂ ਜ਼ਰੂਰ ਤੁਸੀਂ ਇੱਕ ਵਾਰੀ ਆਓ, ਆਪਣੇ ਨਾਲ ਵੀ ਲੈ ਕੇ ਆਓ। ਇਹ ਬੇਨਤੀਆਂ ਨੂੰ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਇਸ ਟਾਈਮ ਇੰਡੀਆ ਤੋਂ ਆਏ ਹਾਂ। ਵੈਸੇ ਅਸੀਂ ਰਹਿਣ ਵਾਲੇ USA ਕੈਲੀਫੋਰਨੀਆ, ਸੈਂਟਰਲ ਕੈਲੀਫੋਰਨੀਆ ਵਿੱਚ ਫਰੈਜ਼ਨੋ ਤੋਂ ਸੰਗਤ ਆਈ ਆ। ਠੀਕ ਹੈ। ਤੇ ਤੁਹਾਡਾ ਪਾਕਿਸਤਾਨ ਦਾ ਟੂਰ ਕਿਹਦਾ ਜਾ ਰਿਹਾ ਹੈ? ਇੱਥੇ ਇੰਤਜ਼ਾਮਾਤ ਕੈਸੇ ਨੇ? ਜਿਹੜੀ ਸੰਗਤ ਨਹੀਂ ਆਈ ਅੱਜ ਤੱਕ ਉਹਨਾਂ ਨੂੰ ਕੀ ਕਹੋਗੇ? ਸਾਡਾ ਅੱਜ ਪਹਿਲਾ ਦਿਨ ਆ, ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਜਿੱਥੇ ਸਾਡੇ ਗੁਰੂਆਂ ਨੇ ਚਰਨ ਪਾਏ ਆ, ਜ਼ਿੰਦਗੀ ਦੇ ਵਿੱਚ ਅਸੀਂ ਬੜੀਆਂ ਅਰਦਾਸਾਂ ਕੀਤੀਆਂ। ਸਭ ਤੋਂ ਪਹਿਲਾਂ ਜੱਗ ਸੀ ਵੀ ਜੇ ਪਾਕਿਸਤਾਨ ਵਿੱਚ ਜਾਵਾਂਗੇ ਖਮਨੀ ਕੀ ਹੋਊਗਾ, ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਉਹ ਲੋਕ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਆ। ਪਰ ਮੈਂ ਤਾਂ ਇਹੀ ਬੇਨਤੀ ਕਰੂੰਗਾ, ਜ਼ਰੂਰ ਤੁਸੀਂ ਪਹਿਲਾਂ ਅਰਦਾਸ ਕਰੋ, ਅਰਦਾਸ ਦੇ ਨਾਲ ਪ੍ਰਯਾਸ ਕਰੋ, ਕਿਉਂਕਿ ਅਰਦਾਸ ਅਤੇ ਪ੍ਰਯਾਸ ਦੋਨੇ ਹੀ ਜ਼ਰੂਰੀ ਹੁੰਦੀਆਂ। ਕੋਸ਼ਿਸ਼ ਕਰੋ, ਅਰਦਾਸ ਤੁਹਾਡੀ ਗੁਰੂ ਨਾਨਕ ਪਾਤਸ਼ਾਹ ਮਨਜ਼ੂਰ ਕਰਨਗੇ। ਆਓ, ਆ ਕੇ ਇਸ ਜਗ੍ਹਾ 'ਤੇ ਦਰਸ਼ਨ ਕਰੋ, ਆਨੰਦ ਮਾਣੋ। ਸਾਨੂੰ ਪਤਾ ਲੱਗੇ ਸਾਡੇ ਗੁਰੂ ਸਾਹਿਬ ਇੱਥੇ ਜਨਮ ਸਥਾਨ ਆ, ਇੱਥੇ ਸੱਚਾ ਸੌਦਾ ਵਾ, ਇੱਥੇ ਪੰਜਾ ਸਾਹਿਬ ਆ। ਸਾਰੇ ਜਗ੍ਹਾ ਦੇ ਆ ਕੇ ਦਰਸ਼ਨ ਕਰੋਗੇ, ਫਿਰ ਤੁਹਾਨੂੰ ਆਪ ਦੇ ਸ਼ਾਂਤੀ ਮਹਿਸੂਸ ਹੋ, ਖੁਸ਼ੀ ਮਹਿਸੂਸ ਹੋਊਗੀ। ਤੁਸੀਂ ਆਪ ਇਤਿਹਾਸ ਨਾਲ ਜੁੜੋ, ਆਪਦੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਗੱਲਾਂ ਦਾ ਸਾਰਾ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਲਕੇ ਗੇੜਦੇ ਸੀ,
ਮੱਝਾਂ ਨੂੰ ਪਾਣੀ ਪਿਆਉਂਦੇ ਸੀ, ਆਪ ਪਾਣੀ ਪੀਂਦੇ ਸੀ, ਨਲਕੇ ਗੇੜ ਕੇ ਨਹਾਉਂਦੇ ਸੀ, ਲੀੜੇ ਧੋਂਦੇ ਸੀ। ਆ ਜੋ ਨਿਸ਼ਾਨੀ ਅੱਜ ਸੱਚੇ ਸੌਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ। ਦੇਖੋ ਉਸੇ ਤਰ੍ਹਾਂ ਹੀ ਪਾਣੀ ਨਿਕਲਦਾ, ਉਹੀ ਨਲਕਾ। ਤੁਹਾਡੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੋ ਤੇ ਆਪ ਦੇਖੋ, ਬੱਚਿਆਂ ਨੂੰ ਦਿਖਾਓ ਵੀ ਅੱਜ ਵੀ ਉਹ ਨਿਸ਼ਾਨੀ ਸਾਡੇ ਕੋਲੇ ਯਾਦ ਆ ਜੀ। ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਤੋਂ ਆਈ ਸਿੱਖ ਸੰਗਤ ਦਾ ਵੱਲੋਂ ਅਸੀਂ ਪਾਕਿਸਤਾਨ SPG ਪ੍ਰਬੰਧਕ ਕਮੇਟੀ ਰਮੇਸ਼ ਅਰੋੜਾ ਸਾਹਿਬ ਔਰ ਸੈਫੁੱਲਾ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਉਹ ਸਾਨੂੰ ਗੁਰਦੁਆਰੇ 'ਚ ਫੁੱਲ ਫੈਸਿਲਿਟੀਆਂ ਅਵੇਲੇਬਲ ਕਰਵਾ ਰਹੇ ਨੇ। ਲੰਗਰ ਦਾ ਇੰਤਜ਼ਾਮ ਬਹੁਤ ਸੋਹਣਾ ਹੈ, ਸਫਾਈ ਦਾ ਇੰਤਜ਼ਾਮ ਬਹੁਤ ਸੋਹਣਾ ਹੈ ਤੇ ਸਾਡੀ ਸਾਰੀ ਸੰਗਤ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੰਕਲ ਜੀ, ਤੁਸੀਂ ਪਾਕਿਸਤਾਨ ਯਾਤਰਾ 2025 'ਚ ਸਾਡੇ ਨਾਲ ਫਰਵਰੀ 'ਚ ਪਹੁੰਚੇ ਹੋ ਤੇ ਸੋ ਫਾਰ ਤੁਹਾਡਾ ਐਕਸਪੀਰੀਅੰਸ ਕੈਸਾ ਹੈ? ਅੱਜ ਤੁਸੀਂ ਗੁਰਦੁਆਰਾ ਸੱਚਾ ਸੌਦਾ 'ਚ ਮੌਜੂਦ ਹੋ, ਤੁਸੀਂ ਲੰਗਰ ਕੀਤਾ, ਇਤਿਹਾਸ ਸੁਣਿਆ, ਇੱਕ ਹਿਸਟੋਰਿਕ ਗੁਰਦੁਆਰੇ ਦੇ ਦਰਸ਼ਨ ਕੀਤੇ, ਕੀ ਕਹਿਣਾ ਚਾਹੋਗੇ ਜਦੋਂ ਅਸੀਂ ਪਹਿਲਾਂ ਪਲਾਨ ਕਰ ਰਹੇ ਸੀ ਇੱਥੇ ਆਉਣ ਦਾ ਤੇ ਕਈ ਕਿਸਮ ਦੇ ਡਰ ਸੀਗੇ ਮਨ ਵਿੱਚ, ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਹੋਣੇ ਆ, ਕਿਸ ਤਰ੍ਹਾਂ ਦੀ ਉੱਥੇ ਮਾਹੌਲ ਹੋਣਾ ਆ, ਤੇ ਉੱਥੇ ਜੇ ਲੋਕਲ ਜਿਹੜੇ ਬਸ਼ਿੰਦੇ ਨੇ ਉਹ ਕਿਸ ਤਰ੍ਹਾਂ ਹੋਣਾ, ਸਾਨੂੰ ਕਿਸ ਤਰ੍ਹਾਂ ਸਾਡੇ ਨਾਲ ਸਲੂਕ ਕਰਨਗੇ। ਪਰ ਸਾਨੂੰ ਸਾਰਿਆਂ ਨੇ ਹੀ ਆਪਣੇ ਹੱਥਾਂ ਉੱਤੇ ਚੁੱਕਿਆ, ਬਹੁਤ ਮਾਣ ਦਿੱਤਾ, ਬਹੁਤ ਇੱਜ਼ਤ ਦਿੱਤੀ। ਸਾਨੂੰ ਇਸ ਤਰ੍ਹਾਂ ਲੱਗ ਰਿਹਾ ਅਸੀਂ ਆਪਣੇ ਘਰ ਵਿੱਚ ਆਏ ਹੋਏ ਹਾਂ। ਔਰ ਹਰ ਇੱਕ ਜਗ੍ਹਾ ਜਿਹੜੇ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਬੜੀ ਸੋਹਣੀ ਸੇਵਾ ਹੁੰਦੀ ਆ, ਲੰਗਰ ਦਾ ਹੋਰ ਚਾਹ ਪਾਣੀ ਦਾ, ਸਾਰੀਆਂ ਚੀਜ਼ਾਂ ਦੇ ਸਫਾਈਆਂ ਦੇ ਇੰਤਜ਼ਾਮ ਬਹੁਤ ਹੀ ਜ਼ਿਆਦਾ ਵਧੀਆ ਕਿਸਮ ਦੇ ਨੇ। ਕਿਸੇ ਕਿਸਮ ਦੀ ਕੋਈ ਵੀ ਤਰੁੱਟੀ ਤੇ ਕੋਈ ਨੁਕਸ ਸਾਨੂੰ ਬਿਲਕੁਲ ਵੀ ਨਜ਼ਰ ਨਹੀਂ ਆਇਆ। ਅਸੀਂ ਬਾਕੀ ਜਿਹੜੀ ਸੰਗਤ ਜਿਨ੍ਹਾਂ ਨੇ ਅਜੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਆਓ, ਗਿੱਲ ਟੂਰਸ ਤੇ ਸਿੱਖ ਚੈਨਲ ਦੇ ਨਾਲ ਆਓ ਤੇ ਲਾਹੇ ਪ੍ਰਾਪਤ ਕਰੋ। ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਤਾਂ ਕਿ ਸਾਰੇ ਤੁਹਾਡੇ ਬੱਚੇ ਵੀ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ। ਅੱਛਾ, ਇੱਕ ਮੈਂ ਤੁਹਾਨੂੰ ਪੁੱਛਦਾ ਕਿ ਜਿਹੜਾ ਤੁਸੀਂ ਗੱਲ ਡਰ ਦੀ ਦੱਸੀ ਹੈ, ਤੁਹਾਡੇ ਆਪਣੇ ਦਿਲ ਦਾ ਡਰ ਸੀ ਜਾਂ ਕਿ ਤੁਹਾਨੂੰ ਕਿਸੇ ਨੇ ਕਿਹਾ ਸੀ ਉੱਥੇ ਕੋਈ ਤਰ੍ਹਾਂ ਗੱਲਾਂ ਕਰਦੇ ਵੀ ਉੱਥੇ ਤਾਂ ਬਹੁਤ ਡਰ ਹੈ, ਉੱਥੇ ਆਪਾਂ ਜਾ ਨਹੀਂ ਸਕਦੇ? ਜਾਂ ਉਹ ਡਰ ਦਾ ਤੁਸੀਂ ਦੱਸੋ, ਤੁਹਾਡਾ ਆਪਣਾ ਡਰ ਸੀ ਜਾਂ ਕਿ ਤੁਸੀਂ ਕਿਸੇ ਦੇ ਕਹਿਣ ਤੇ ਡਰੇ ਸੀ? ਇਹ ਜੀ ਆਪਣਾ ਤਾਂ ਬਿਲਕੁਲ ਹੀ ਡਰ ਹੈ ਨਹੀਂ ਸੀਗਾ ਕੋਈ। ਹਾਂਜੀ, ਆਪਣਾ ਬਿਲਕੁਲ ਕੋਈ ਡਰ ਨਹੀਂ ਸੀ। ਤੇ ਜਿਵੇਂ ਲੋਕ ਕਹਿੰਦੇ ਸੀ ਨਹੀਂ ਜੀ ਜਾਓ ਨਾ ਜੀ, ਠੀਕ ਨਹੀਂ ਜੀ, ਮਾਹੌਲ ਨਹੀਂ ਠੀਕ ਹੈਗਾ। ਹਾਂਜੀ, ਪਰ ਉਸ ਉੱਪਰ ਵਾਲੀ ਦੀ ਬੜੀ ਮਿਹਰ ਹੈ, ਬਖਸ਼ਿਸ਼ ਹੈ। ਮੈਂ ਤਾਂ ਗਿੱਲ ਟੂਰ ਦਾ ਵੀ ਬਹੁਤ ਜ਼ਿਆਦਾ ਧੰਨਵਾਦੀ ਹੈਗਾ ਤੇ ਸਿੱਖ ਚੈਨਲ ਦਾ ਵੀ ਕਿ ਇਹਨਾਂ ਦੇ ਇੰਤਜ਼ਾਮ ਬਹੁਤ ਜ਼ਿਆਦਾ ਵਧੀਆ ਨੇ। ਜਿੱਥੇ ਵੀ ਜਿਹੜੀ ਜਗ੍ਹਾ ਵੀ ਅਸੀਂ ਦਰਸ਼ਨ ਲਈ ਜਾਂਦੇ ਹਾਂ ਨਾਲ ਸਿਕਿਉਰਿਟੀ ਹੁੰਦੀ ਹੈ, ਬਹੁਤ ਵਧੀਆ। ਕਿਸੇ ਕਿਸਮ ਦਾ ਕੋਈ ਡਰ ਪਾ ਹੈ ਹੀ ਨਹੀਂ ਹੈ ਮਨ ਦੇ ਵਿੱਚ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਜਿਹੜੇ ਲੋਕ ਇਹ ਤੁਹਾਡੇ ਵਾਂਗੂ ਕਹਿੰਦੇ ਜਿੱਦਾਂ ਤੁਸੀਂ ਕਿਹਾ ਕਿ ਉੱਥੇ ਲੋਕ ਕਹਿੰਦੇ ਡਰ ਆ, ਇਹ YouTube ਤੇ ਨਾ ਜਾਓ, ਬਿਲਕੁਲ ਨਾ ਲੋਕਾਂ ਦੀਆਂ ਗੱਲਾਂ ਸੁਣੋ। ਤੁਸੀਂ ਆ ਕੇ ਦੇਖੋ, ਜਿਸ ਤਰ੍ਹਾਂ ਗਿੱਲ ਸਾਹਿਬ ਨੇ ਪਹਿਲਾਂ ਵੀ ਕਿਹਾ, ਇਤਿਹਾਸ ਆ ਕੇ ਦੇਖੋਗੇ ਤਾਂ ਤੁਹਾਨੂੰ ਤਾਂ ਹੀ ਪਤਾ ਲੱਗੂਗਾ, ਫੋਟੋਆਂ ਦੇ ਕੁਝ ਨਹੀਂ ਪਤਾ ਲੱਗਦਾ। ਸਾਡਾ ਮੀਡੀਆ, ਸਾਡਾ YouTube ਹੈ, ਉਹ ਹਰ ਇੱਕ ਮੁਲਕ ਦੇ ਵਿੱਚ ਪੋਲੀਟਿਕਸ ਚੱਲਦੀ ਹੈ, ਉਹ ਬਹੁਤ ਡਰਾਉਂਦੇ ਹਨ। ਕੋਈ ਡਰਨ ਦੀ ਲੋੜ ਨਹੀਂ ਹੈ। ਅਸੀਂ ਵੀ ਤੀਜੀ ਵਾਰ ਆ ਗਏ ਹਾਂ, ਮਹਾਰਾਜ ਕਿਰਪਾ ਕਰੇ ਸਾਲ ਦੇ ਵਿੱਚ 4 ਵਾਰੀ ਆਇਆ ਕਰਾਂਗੇ। ਸਾਨੂੰ ਉਹ ਵੀ ਥੋੜ੍ਹਾ ਲੱਗੂ ਕਿ ਅਸੀਂ 4 ਵਾਰੀ ਆ ਰਹੇ ਹਾਂ ਤੇ ਮਹਾਰਾਜ ਦੀ ਬੜੀ ਕਿਰਪਾ ਜੀ, ਕੋਈ ਡਰਨ ਦੀ ਲੋੜ ਨਹੀਂ। ਤੁਸੀਂ ਖੁੱਲ੍ਹ ਕੇ ਦਰਸ਼ਨ ਕਰੋ, ਖੁੱਲ੍ਹ ਕੇ ਆਓ। ਹਰ ਤੁਹਾਨੂੰ ਜਿਸ ਤਰ੍ਹਾਂ ਇਹਨੇ ਕਿਹਾ ਕਿ ਤੁਹਾਨੂੰ ਹੱਥਾਂ 'ਚ ਚੱਕਦੇ ਨੇ, ਬੜਾ ਆਵਾਮ ਸਤਿਕਾਰ ਮਾਣ ਪਿਆਰ ਕਰਦੀ ਹੈ। ਮੈਨੂੰ ਲੱਗਦਾ ਸਾਨੂੰ ਇੰਨਾ ਪਿਆਰ ਕਿਸੇ ਵੀ ਅੱਜ ਤੱਕ ਨਹੀਂ ਮਿਲਿਆ ਜਿੰਨਾ ਸਾਨੂੰ ਪਾਕਿਸਤਾਨ ਦੇ ਵਿੱਚ ਆਵਾਮ ਵੱਲੋਂ ਮਿਲ ਰਿਹਾ, ਇਹਨਾਂ ਦੀ ਗੌਰਮੈਂਟ ਵੱਲੋਂ ਮਿਲ ਰਿਹਾ। ਉਹ ਸਾਡਾ ਸਤਿਕਾਰ ਮਾਣ ਕਰ ਰਿਹਾ ਤੇ ਗੁਰਦੁਆਰਿਆਂ ਵਿੱਚ ਮਿਲ ਰਿਹਾ। Thank you.
ਜਿਹੜੀ ਜਗ੍ਹਾ ਤੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ, ਜਿਹੜੀ ਜਗ੍ਹਾ ਤੁਸੀਂ ਟੀਵੀ ਸਕਰੀਨਾਂ ਤੇ ਵੇਖ ਰਹੇ ਹੋ, ਇਹ ਵੇ ਹਿਰਨ ਮਨਾਰ। ਹਿਰਨ ਮਨਾਰ ਜਿਹੜਾ ਹੈ ਇਹ ਗੁਰਦੁਆਰਾ ਸੱਚਾ ਸੌਦਾ ਤੋਂ ਤਕਰੀਬਨ ਕੋਈ 20 ਕਿਲੋਮੀਟਰ ਦੂਰ ਹੋਣਾ ਹੈ, ਕੋਈ ਅੱਧੇ ਘੰਟੇ ਦੀ ਡਰਾਈਵ ਹੈ। ਇਹ ਹਿਰਨ ਮਨਾਰ ਬਣਾਇਆ ਗਿਆ ਸੀ 17th ਸੈਂਚੁਰੀ 'ਚ, ਜਿਹੜਾ ਮਹਾਰਾਜਾ ਸੀ ਉਦੋਂ ਜਹਾਂਗੀਰ, ਉਹਦੇ ਦੌਰ 'ਚ ਬਣਾਇਆ ਗਿਆ ਸੀਗਾ। ਇਹ ਕਹਿੰਦੇ ਨੇ ਕਿ ਇਹ ਜਿਹੜੀ 12 ਦਰੀ ਬਣੀ ਹੋਈ ਹੈ, ਇਹ 12 ਦਰਵਾਜ਼ੇ ਹੁੰਦੇ ਨੇ 12 ਦਰੀ ਦੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਇਸ 12 ਦਰੀ 'ਚ ਉਹ ਆ ਕੇ ਬਹਿੰਦਾ ਸੀਗਾ, ਨਾਲ ਉਹ ਇੱਥੇ ਉਸ ਟਾਈਮ 'ਚ ਇਹ ਜੰਗਲ ਸੀਗਾ ਤੇ ਹਿਰਨ ਦਾ ਸ਼ਿਕਾਰ ਇੱਥੇ ਕਰਦਾ ਸੀਗਾ। ਸੋ ਇਹ ਵਾਜ਼ ਅ ਹੰਟਿੰਗ ਰਿਜ਼ੋਰਟ, ਜਿਵੇਂ ਤੁਸੀਂ ਕਹਿ ਲਓ ਬਾਦਸ਼ਾਹ ਜਹਾਂਗੀਰ ਦਾ ਹੰਟਿੰਗ ਰਿਜ਼ੋਰਟ ਸੀਗਾ। ਇੱਥੇ ਆ ਕੇ ਉਹਨੇ ਆਰਾਮ ਕਰਨਾ, ਨਾਲ ਹਿਰਨ ਦਾ ਸ਼ਿਕਾਰ ਕਰਨਾ, ਔਰ ਨਾਲ ਹੀ ਜਿਹੜੇ ਵੀ ਬਾਦਸ਼ਾਹਾਂ ਦੇ ਕੰਮ ਨੇ ਉਹ ਕਰਨੇ। ਉਹਦਾ ਇੱਕ ਪਾਲਤੂ ਹਿਰਨ ਸੀ ਜਿਹਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸ ਹਿਰਨ ਨੂੰ ਇੱਥੇ ਹੀ ਪਿੱਛੇ ਇੱਕ ਹੋਰ ਮੀਨਾਰ ਹੈ, ਉਹ ਸਾਡੇ ਕੈਮਰਾਮੈਨ ਤੁਹਾਨੂੰ ਵਿਖਾਉਣਗੇ, ਉੱਥੇ ਉਹਨੂੰ ਦਫਨਾਇਆ ਗਿਆ। ਉਹਦੇ ਉੱਤੇ ਇੱਕ ਮਕਬਰਾ ਤਿਆਰ ਕੀਤਾ ਗਿਆ। ਬਾਦਸ਼ਾਹਾਂ ਦੇ ਕੰਮ ਬਾਦਸ਼ਾਹਾਂ ਵਾਲੇ ਨੇ, ਉਹਦਾ ਪਿਆਰਾ ਹਿਰਨ ਸੀਗਾ, ਉਹਨੇ ਉਹਦਾ ਵੀ ਮਕਬਰਾ ਬਣਾ ਦਿੱਤਾ। ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾਂ ਹੀ ਰੱਖ ਦਿੱਤਾ ਗਿਆ ਹਿਰਨ ਮਨਾਰ। ਤੇ ਅੱਜ ਪੂਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ ਨੇ ਔਰ ਇਹ ਜਗ੍ਹਾ ਵੇਖ ਕੇ ਜਾਂਦੇ ਨੇ। ਵੈਰੀ ਨਾਈਸ ਰਿਜ਼ੋਰਟ ਟਾਈਪ ਜਗ੍ਹਾ ਬਣੀ ਹੋਈ ਹੈ, ਸਾਰੇ ਚਾਰੋਂ ਪਾਸੇ ਪਾਣੀ ਹੈ ਵਿੱਚ, ਉੱਥੋਂ ਤੁਸੀਂ ਇੰਟਰ ਕਰਦੇ ਹੋ ਤੇ ਇਹ 12 ਦਰੀ 'ਚ ਆ ਜਾਂਦੇ ਹੋ। ਵੈਰੀ ਨਾਈਸ ਹਵਾ ਚੱਲ ਰਹੀ ਹੈ ਔਰ ਬਹੁਤ ਹੀ ਪਿਆਰਾ ਮਾਹੌਲ ਹੈ ਇੱਥੇ। ਤੇ ਜਿਹੜੀ ਅੱਜ ਅਸੀਂ ਆਪਣੀ ਸੰਗਤ ਨੂੰ ਵੀ ਇੱਥੇ ਲੈ ਕੇ ਆਏ ਹਾਂ, ਪਹਿਲੇ ਕਦੀ ਚਾਂਸ ਨਹੀਂ ਮਿਲਿਆ ਕਿਉਂਕਿ ਮੋਸਟਲੀ ਗਰਮੀ ਚਾਹੀਦਾ ਤੇ ਇਟਸ ਵੈਰੀ ਹੌਟ, ਤੇ ਅੱਜ ਨਾਈਸ ਵੈਦਰ ਸੀਗਾ। ਸੋ ਆਈ ਥੋਟ ਕਿ ਸੰਗਤ ਨੂੰ ਇੱਕ ਨਵੀਂ ਜਗ੍ਹਾ ਵਿਖਾਈ ਜਾਵੇ, ਤੇ ਤਾਂ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹਿਰਨ ਮਨਾਰ ਲੈ ਕੇ ਆਏ ਹਾਂ। ਤੇ ਵੇਖ ਸਕਦੇ ਹੋ ਤੁਸੀਂ, ਇਹ ਸਾਰਾ ਹੁਣ ਤੇ ਆਬਾਦੀ ਵੱਧ ਗਈ ਹੈ, ਪਰ ਜਿਵੇਂ ਹਿਸਟੋਰੀਅਨ ਦੱਸਦੇ ਨੇ ਕਿ ਸਭ ਜੰਗਲ ਸੀਗਾ ਔਰ ਹਿਰਨ ਦਾ ਸ਼ਿਕਾਰ ਬਹੁਤ ਹੁੰਦਾ ਸੀਗਾ। ਫਿਰ ਗੌਰਮੈਂਟ ਨੇ ਇੱਥੇ ਲਿਆ ਕੇ ਕੁਝ ਹਿਰਨ ਵੀ ਛੱਡੇ ਨੇ ਕਿ ਜਿਸ ਜਗ੍ਹਾ ਦਾ ਨਾਂ ਹਿਰਨ ਮਨਾਰ ਹੈ, ਸੋ ਵੀ ਸ਼ੁੱਡ ਹੈਵ ਸਮ ਡੇਜ਼ ਐਜ਼ ਵੈਲ। ਸੋ ਉਹਨਾਂ ਨੇ ਲਿਆ ਕੇ ਹਿਰਨ ਛੱਡਿਆ ਇੱਥੇ, ਉਹ ਵੀ ਤੁਹਾਨੂੰ ਅੱਗੇ ਜਾ ਕੇ ਵਿਖਾਣਾ। ਬਟ ਇਹ ਵੇ ਕਿ ਚਲੋ ਸੰਗਤ ਆਈ ਹੈ, ਇੱਕ ਨਵੀਂ ਚੀਜ਼ ਮਿਲਣ ਨੂੰ ਵੇਖੀ। ਅਸੀਂ ਵੀ ਇੱਕ ਸਟੋਰੀ ਦਾ ਨਵਾਂ ਚੈਪਟਰ ਪੜ੍ਹਿਆ, ਇੱਕ ਨਵੀਂ ਜਗ੍ਹਾ ਵੇਖੀ ਹੈ ਔਰ ਤੁਹਾਨੂੰ ਵੀ ਵਿਖਾਈ ਹੈ। ਅਤੇ ਸਾਡਾ ਇਹੀ ਕੰਮ ਹੈ ਕਿ ਜਦੋਂ ਤੁਹਾਨੂੰ ਅਸੀਂ ਪਾਕਿਸਤਾਨ ਗੁਰੂ ਘਰਾਂ ਦੇ, ਕਿਉਂਕਿ ਜ਼ਮੀਨ ਜਿਹੜੀ ਹੈ ਪਾਕਿਸਤਾਨ, ਇਹ ਗੁਰੂਆਂ ਦੀ ਜ਼ਮੀਨ ਹੈ। ਇੱਥੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਜਨਮ ਲਿਆ ਔਰ ਇਹ ਇਟਸ ਫੁੱਲ ਆਫ ਆਪਣੀ ਸਿੱਖੀ ਦੀ ਹਿਸਟਰੀ ਨਾਲ ਇਹ ਜਗ੍ਹਾ ਜਿਹੜੀ ਹੈ ਪਾਕਿਸਤਾਨ। ਅਤੇ ਇਹਦੇ ਨਾਲ ਸਾਡੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜੀ ਸੰਗਤ ਆਏਗੀ ਉਹਨੂੰ ਪਾਕਿਸਤਾਨ ਦਾ ਵੀ ਕੁਛ ਵਿਖਾਏ। ਜਿਵੇਂ ਤੁਹਾਨੂੰ ਅਸੀਂ ਲਾਹੌਰ ਦਾ ਬ੍ਰਿਟਿਸ਼ ਰਾਜ ਵੀ ਵਿਖਾਈਦਾ, ਜਿਵੇਂ ਅਸੀਂ ਤੁਹਾਨੂੰ ਲਾਹੌਰ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਲਾਹੌਰ ਵੀ ਵਿਖਾਈਦਾ, ਅਤੇ ਨਾਲ ਹੀ ਨਾਲ ਮਾਡਰਨ ਲਾਹੌਰ ਵੀ ਵਿਖਾਈਦਾ। ਉਸੀ ਤਰ੍ਹਾਂ ਜੇ ਫਰਵਰੀ ਪਿਛਲੇ ਸਾਲ ਅਸੀਂ ਆਪਣੀ ਸੰਗਤ ਨੂੰ ਮੁਨਾਲ ਵੀ ਲੈ ਕੇ ਗਏ ਸੀਗਾ, ਇੱਕ ਨਵੀਂ ਜਗ੍ਹਾ ਸੀਗਾ। ਇਹੀ ਬਸ ਕੋਸ਼ਿਸ਼ ਹੈ ਕਿ ਜਿਹੜੀ ਸੰਗਤ ਆਉਂਦੀ ਹੈ ਗੁਰੂ ਘਰਾਂ ਦੇ ਨਾਲ ਨਾਲ, ਉਹ ਪਾਕਿਸਤਾਨ ਦਾ ਵੀ ਇੱਕ ਪੋਜ਼ੀਟਿਵ ਪਿਕਚਰ ਵੇਖਣ, ਤਾਂ ਕਿ ਜਿਹੜੀ ਸੰਗਤ ਬੇਸਿਕਲੀ ਡਰਦੀ ਹੈ, ਜਿਹੜੀ ਕਹਿੰਦੀ ਹੈ ਕਿ ਸਾਨੂੰ ਕਿਹਾ ਜਾਂਦਾ ਕਿ ਪਾਕਿਸਤਾਨ ਨਾ ਜਾਓ, ਪਾਕਿਸਤਾਨ 'ਚ ਹਾਲਾਤ ਠੀਕ ਨਹੀਂ ਨੇ, ਅਸੀਂ ਇਹ ਕੰਮ ਤਾਂ ਕਰੀਦਾ ਕਿ ਸੰਗਤ ਉਹ ਵੀ ਵੇਖੇ ਕਿ ਵੀ ਪਾਕਿਸਤਾਨ ਗੁਰੂ ਘਰਾਂ ਤੋਂ ਇਲਾਵਾ ਵੀ ਅਸੀਂ ਤੁਹਾਨੂੰ ਫਿਰਾਈ ਟੁਰਾਈਦਾ, ਤਾਂ ਕਿ ਤੁਸੀਂ ਰਿਲੈਕਸ ਹੋਵੋ। ਆਓ, ਇਹ ਤੁਹਾਡਾ ਆਪਣਾ ਮੁਲਕ ਹੈ, ਕਿਉਂਕਿ ਸਾਡਾ ਮੁਲਕ ਹੈ, ਕਿਉਂਕਿ ਸਾਡੀ ਸਾਰੀ ਹਿਸਟਰੀ ਪਾਕਿਸਤਾਨ 'ਚ। ਤੁਸੀਂ ਆਓ ਔਰ ਆਪਣੀ ਅੱਖੀ ਆ ਕੇ ਆਪਣੀ ਹਿਸਟਰੀ ਵੇਖੋ ਔਰ ਆਪਣਾ ਪਾਕਿਸਤਾਨ ਦਾ ਜਿਹੜਾ ਇਤਿਹਾਸ ਹੈ, ਹੁਣ ਪਾਕਿਸਤਾਨ ਬਣਿਆ ਨਾ, ਪਹਿਲੇ ਤੋਂ ਹੀ ਤੁਹਾਡੀ ਹਿਸਟਰੀ ਚੱਲ ਰਹੀ ਹੈ ਸਾਡੀ। ਸੋ ਆਓ ਔਰ ਸਾਡੇ ਨਾਲ ਜੁੜੋ, ਸਾਡੇ ਦਿੱਤੇ ਨੰਬਰਾਂ ਤੇ ਕਾਲ ਕਰੋ। ਔਰ ਅਪ੍ਰੈਲ, ਸੈਪਟੈਂਬਰ ਔਰ ਨਵੰਬਰ ਔਰ ਫੈਬਰੀ 4 ਯਾਤਰਾ ਹੁੰਦੀਆਂ ਨੇ ਸਾਡੇ ਸਾਲ 'ਚ, ਉਹਨਾਂ 4 'ਚ ਕਦੀ ਵੀ ਤੁਸੀਂ ਆ ਸਕਦੇ ਹੋ ਔਰ ਤੁਹਾਨੂੰ ਉਸੇ ਤਰ੍ਹਾਂ ਅਸੀਂ ਹਰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਵੇਰੇ ਸੱਚਾ ਸੌਦਾ ਸਾਹਿਬ ਗੁਰਦੁਆਰੇ ਦਰਸ਼ਨ ਕਰਕੇ ਆਏ ਹਾਂ। ਉਸ ਤੋਂ ਬਾਅਦ ਅਸੀਂ ਇੱਕ ਰਸਤੇ ਦੇ ਵਿੱਚ ਕਿਲ੍ਹਾ ਦੇਖਿਆ, ਉਹ ਕਿਲ੍ਹੇ ਦਾ ਵੀ ਇਤਿਹਾਸ ਬਹੁਤ ਸੋਹਣਾ ਲੱਗਿਆ, ਉਹ ਕਿਲ੍ਹਾ ਵੀ ਬਹੁਤ ਵਧੀਆ ਸੀ। ਠੀਕ ਹੈ ਜੀ, ਅਤੇ ਉਹ ਦੇਖਣ ਵਾਲੀ ਚੀਜ਼ ਸੀ, ਅਲੱਗ ਹੋ ਗਈ ਸੰਗਤਾਂ ਨੂੰ। ਹੁਣ ਅਸੀਂ ਹੋਟਲ ਆਏ ਸੀ, ਹੋਟਲ ਵਿੱਚ ਥੋੜ੍ਹੀ ਰੈਸਟ ਕੀਤੀ ਆ। ਹੁਣ ਅਸੀਂ ਰੈਸਟ ਕਰਨ ਤੋਂ ਬਾਅਦ ਜਾ ਰਹੇ ਹਾਂ ਜੀ ਮਾਰਕੀਟ ਦੇ ਵਿੱਚ, ਰਿਆ ਕੰਪਲੈਕਸ ਦੇ ਵਿੱਚ। ਅਤੇ ਆ ਜੋ ਆਪਾਂ ਥੋੜ੍ਹਾ ਬੀਬੀਆਂ ਨੂੰ ਵੀ ਦਿਖਾ ਦਿੰਦੇ ਹਾਂ, ਦੱਸ ਦਿੰਦੇ ਹਾਂ ਅਤੇ ਮਤਲਬ ਉਹ ਕੀ ਆ ਜੀ। ਹਾਂਜੀ।
ਮਾਰਕੀਟ ਦੇ ਵਿੱਚ ਸ਼ੋਪਿੰਗ ਕਰਾਉਣ ਆਏ ਆ। ਤੇ ਜਿੱਦਾਂ ਤੁਹਾਨੂੰ ਦੱਸਿਆ ਜੀ, ਕੁਝ ਭੈਣਾਂ ਉੱਥੇ ਮਤਲਬ ਹੁੰਦੀਆਂ, ਇੱਥੇ ਵਾਰਗਨ ਬਹੁਤ ਹੋ ਰਹੀ ਹੈ ਤੇ ਵਾਰਗਨ ਦੇ ਵਿੱਚ ਟਾਈਮ ਬਹੁਤ ਲੱਗ ਜਾਂਦਾ ਆ। ਤੇ ਕਿਤੇ ਮਤਲਬ ਕੋਈ 4000 ਮੰਗਦਾ, ਉਹ 1800-1700 ਦੀ ਡੀਲ ਬਣ ਜਾਂਦੀ ਆ। ਤੇ ਭੈਣਾਂ ਚੁੰਨੀਆਂ ਬਹੁਤ ਲਈਆਂ। ਵਾਕਿਆ ਮਾਲ ਇੱਥੇ ਬਹੁਤ ਸੋਹਣਾ ਆ ਤੇ ਮਾਰਕੀਟ ਵੀ ਬਹੁਤ ਸੋਹਣੀ ਆ। ਤੇ ਇਹਨਾਂ ਦੇ ਕੋਲ ਦੇਖੋ ਇੱਥੇ ਲਾਗੇ ਮੇਰਾ ਕੱਪੜਾ ਜਿਹੜਾ ਆਪਣੇ ਕੁੜਤੇ ਪਜਾਮਿਆਂ ਦਾ, ਇਹਨਾਂ ਦੇ ਕੋਲ ਸੂਟ ਵੀ ਹੈਗੇ ਨੇ। ਤੇ ਇਸ ਤਰ੍ਹਾਂ ਅਲੱਗ-ਅਲੱਗ ਜਿਹੜੀਆਂ ਮਤਲਬ ਕਿਤੇ ਸ਼ੂਆਂ ਦੀਆਂ, ਕਿਤੇ ਸੂਟਾਂ ਦੀਆਂ, ਕਿਤੇ ਜੂਲਰੀ ਦੀਆਂ ਸ਼ੋਪਾਂ, ਬਹੁਤ ਵੱਡੀ ਮਾਰਕੀਟ ਹੈ। ਤੇ ਜੇ ਮਾਰਕੀਟ ਨੂੰ ਆਪਾਂ ਦੇਖੀਏ ਤਾਂ ਇਹ ਮਾਰਕੀਟ ਦੇਖਣ ਨੂੰ ਤੁਹਾਨੂੰ ਟਾਈਮ ਬਹੁਤ ਚਾਹੀਦਾ, 1-2 ਦਿਨ ਚਾਹੀਦੇ ਨੇ। ਤਾਂ ਆਪਾਂ ਛੋਟਾ ਜਿਹਾ 1-2 ਗਲੀਆਂ ਦੇਖਦੇ ਹਾਂ। ਤੇ ਇਹਦੇ ਵਿੱਚ ਆ ਭਾਈ ਜੀ ਨੂੰ ਪੁੱਛਦੇ ਹਾਂ, ਭਾਈ ਇਹ ਕੀ ਚੀਜ਼ ਹੈ ਤੁਹਾਡੀ? ਇਹ ਹੈਗੀ ਸਵਿਸ ਲੋਨ, ਲੁਈਆਂ ਨਹੀਂ ਜਿਹੜੀਆਂ ਹੁੰਦੀਆਂ ਚਾਦਰਾਂ। ਹਾਂ, ਡਾਇਰੈਕਟ ਤੁਹਾਨੂੰ ਚੁੰਨੀਆਂ ਵਾਲੀ ਸ਼ੋਪ ਤੇ ਗਏ ਸੀ ਤੇ ਮੇਰੀਆਂ ਭੈਣਾਂ ਨੇ ਚੁੰਨੀਆਂ ਲਈਆਂ ਉੱਥੋਂ 10-11, ਹਾਂਜੀ 10-11 ਚੁੰਨੀਆਂ ਲਈਆਂ ਤੇ ਬਹੁਤ ਸੋਹਣਾ ਉਹਨੇ ਸਾਡਾ ਮਾਣ ਸਤਿਕਾਰ ਕੀਤਾ, ਸਾਨੂੰ ਗੁੱਡ ਪ੍ਰਾਈਜ਼ ਦਿੱਤੀ। ਤੇ ਹੁਣ ਇਹ ਭਾਈ ਸਾਹਿਬ ਨੂੰ ਪਤਾ, ਭਾਈ ਸਾਹਿਬ ਜੀ ਮੇਰੀ ਗੱਲ ਸੁਣੋ, ਇਹ ਸੂਟ ਜਿਹੜੇ ਤੇ ਮਤਲਬ ਇਹ ਕੱਪੜਾ ਕਿਹੜਾ ਜੀ ਪਹਿਲਾਂ ਇਹ ਦੱਸੋ ਸਾਨੂੰ। ਸਰਦਾਰ ਜੀ ਪਿਓਰ ਲੋਨ ਹੈ, ਪਿਓਰ ਲੋਨ ਇਹਨੂੰ ਕਹਿੰਦੇ। ਪਿਓਰ ਲੋਨ। ਇਹਦੇ ਉੱਤੇ ਨਾ ਚਿਕਨਕਾਰੀ ਦਾ ਕੰਮ ਹੋਇਆ ਪਿਆ। ਇਹ ਵੇਖੋ ਕਢਾਈ, ਇਹ ਵੇਖੋ, ਇਹ ਦਾ ਫਰੰਟ ਹੈਗਾ ਸਰਦਾਰ ਜੀ। ਸਾਧ ਸੰਗਤ ਜੀ, ਤੁਸੀਂ ਵੇਖ ਰਹੇ ਹੋ ਪਾਕਿਸਤਾਨ ਯਾਤਰਾ 2025 ਸਿੱਖ ਚੈਨਲ ਤੇ ਗਿਲ ਟੂਰ ਤੇ ਸਿੱਖ ਚੈਨਲ ਦੀ ਜਿਹੜੀ ਟੀਮ ਹੈ ਉਹ ਪਾਕਿਸਤਾਨ 'ਚ ਮੌਜੂਦ ਹੈ। ਫਰਵਰੀ 2025 ਦੀ ਯਾਤਰਾ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਇਸ ਟਾਈਮ ਓਰੀਗਾ ਸੈਂਟਰ, ਜੋ ਕਿ ਮਸ਼ਹੂਰ ਸੈਂਟਰ ਹੈ ਲਾਹੌਰ ਦੇ ਵਿੱਚ, ਜਿੱਥੇ ਕੱਪੜੇ ਦੀ ਮਾਰਕੀਟ ਹੈ ਔਰ ਖੁੱਲਾ ਕੱਪੜਾ ਬੀਬੀਆਂ ਨੂੰ ਇੱਥੋਂ ਬਹੁਤ ਪਸੰਦ ਆਉਂਦਾ ਹੈ। ਹਰ ਵਾਰ ਆਉਂਦੀਆਂ ਨੇ ਤੇ ਬਹੁਤ ਜ਼ਿਆਦਾ ਸੂਟ ਲੈ ਕੇ ਜਾਂਦੀਆਂ ਨੇ ਤੇ ਅਸੀਂ ਇਸ ਟਾਈਮ ਉੱਥੇ ਮੌਜੂਦ ਹਾਂ। ਆਪਣੀ ਜਿੰਨੀ ਸੰਗਤ ਹੈ ਉਹ ਸ਼ਾਪਿੰਗ ਵਿੱਚ ਮਸਰੂਫ ਹੈ। ਅੰਕਲ ਜੀ, ਤੁਸੀਂ 2-3 ਵਾਰੀ ਪਹਿਲੇ ਆ ਚੁੱਕੇ ਹੋ ਔਰ ਤੁਸੀਂ ਆਪ ਵੀ ਇੱਥੋਂ ਲੈ ਕੇ ਜਾਂਦੇ ਹੋ, ਤੇ ਕੀ ਕਹੋਗੇ ਤੁਸੀਂ ਜਿਹੜੀਆਂ ਸੰਗਤਾਂ ਨਹੀਂ ਆਈਆਂ ਤੇ ਇੱਥੇ ਸ਼ਾਪਿੰਗ ਦਾ ਕੈਸਾ ਰੁਝਾਨ ਹੈ? ਦੇਖੋ, ਜਦੋਂ ਅਸੀਂ 2 ਦਫਾ ਪਹਿਲਾਂ ਆਏ ਹਾਂ ਤਾਂ ਅਸੀਂ ਇਸ ਮਾਰਕੀਟ ਦੇ ਵਿੱਚ ਆਏ ਹਾਂ ਤੇ ਬੀਬੀਆਂ ਨੂੰ ਇੱਥੇ ਲਿਆਂਦਾ, ਉਹਨਾਂ ਦੇ ਮਤਲਬ ਖੁੱਲ੍ਹੇ ਕੱਪੜੇ ਦੇ ਸੂਟ ਕਾਫੀ ਲਏ ਤੇ ਤਕਰੀਬਨ ਉਹ ਖੁਸ਼ ਹੋ ਕੇ ਗਈਆਂ ਜੀ। ਬਾਰਗਨ ਜ਼ਰੂਰ ਚੱਲਦੀ ਹੈ ਇੱਥੇ, ਪਰ ਕੱਪੜਾ ਤੁਹਾਡੀ ਮਨਪਸੰਦ ਦਾ ਮਿਲ ਜਾਂਦਾ ਹੈ, ਤੁਹਾਨੂੰ ਮਤਲਬ ਵਧੀਆ ਸੂਟ ਮਿਲ ਜਾਂਦੇ ਨੇ। ਅੱਜ ਵੀ ਬੀਬੀਆਂ ਨੂੰ ਅਸੀਂ 2 ਸ਼ੋਪਾਂ ਤੋਂ ਕਾਫੀ ਸੂਟ, ਚੁੰਨੀਆਂ ਵਗੈਰਾ ਲੈ ਕੇ ਦਿੱਤੀਆਂ ਹਨ। ਤੇ ਹੁਣ ਬੀਬੀਆਂ ਨੂੰ ਬਾਅਦ 'ਚ ਪੁੱਛਿਆ ਵੀ ਮਤਲਬ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਉਹ ਕਹਿੰਦੇ ਭਾਜੀ ਅਸੀਂ ਜ਼ਰੂਰ ਨੈਕਸਟ ਟਾਈਮ ਤੁਹਾਡੇ ਨਾਲ ਆਇਆ ਕਰਾਂਗੇ ਤੇ ਤੁਹਾਡੀ ਬਾਰਗਨ ਵੀ ਚੰਗੀ ਹੈ, ਅਸੀਂ ਤੁਹਾਡੇ ਨਾਲ ਆ ਕੇ ਸ਼ੋਪਿੰਗ ਜ਼ਰੂਰ ਇੱਥੇ ਕਰਾਂਗੇ।